ਸਰਕਾਰੀ ਜਿਹੜਾ ਤੰਤਰ ਹੁੰਦਾ, ਇਹਨਾਂ ਦੀਆਂ ਏਜੰਸੀਆਂ ਹੁੰਦੀਆਂ, ਇਹਨਾਂ ਨੇ ਇਸ ਤਰੀਕੇ ਨਾਲ ਪ੍ਰਚਾਰ ਤਾਂ ਲੋਕਾਂ ਦੇ ਮਨਾਂ 'ਚ ਗੱਲ ਬਿਠਾਤੀ ਵੀ ਫੈਕਟਰੀ ਬੰਦ ਹੋ ਗਈ। ਫੈਕਟਰੀ ਹਾਲੇ ਤੱਕ ਬੰਦ ਨਹੀਂ ਹੋਏਗੀ। ਕੱਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਸੀਗਾ, ਉਹ ਬਿਆਨ ਤੇ ਹਾਲੇ ਲਿਖਤੀ ਰੂਪ ਵਿੱਚ ਫੁੱਲ ਨਹੀਂ ਚੜੇ। ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡਾ ਵੀ ਕਿਤੇ ਨਾ ਕਿਤੇ ਕਸੂਰ ਆ, ਕਿਉਂਕਿ ਜਦੋਂ ਬਿਆਨ ਆਉਂਦਾ ਉਦੋਂ ਬਾਅਦ ਤੁਸੀਂ ਸ਼ੁਕਰਾਨੇ ਦਾ ਸਮਾਗਮ ਵੀ ਕਰਤਾ? ਕਮੀਆਂ ਹੈ ਜੀ, ਅਸੀਂ ਮੰਨਦੇ ਹਾਂ। ਸਾਡੇ ਕੋਲੇ ਲਿਖਤ ਕੁਝ ਵੀ ਨਹੀਂ ਆਇਆ? ਸਾਡੇ ਕੋਲੇ ਬਾਈ ਜੀ ਲਿਖਤ ਕੁਝ ਨਹੀਂ, ਇਹਨਾਂ ਦੇ ਦਿਲ ਬਦਲੇ ਆ ਜੀ, ਇਹ ਬਦਲੀਤੇ ਹੋਏ ਨੇ। ਪਰ ਲੋਕ ਤਾਂ ਕਹਿੰਦੇ ਤੁਹਾਡੇ ਵੀ ਦਿਲ ਬਦਲੇ ਆ। ਤੁਸੀਂ ਪ੍ਰਸ਼ਾਸਨ ਦੇ ਨਾਲ ਇਦਾਂ ਦੀ ਕੋਈ ਕਮਿਟਮੈਂਟ ਕਰੀ ਸੀਗੀ ਵੀ ਐਲਾਨ ਹੋ ਗਿਆ ਅਸੀਂ ਧਰਨਾ ਆਪੇ ਚੱਕ ਲਾਂਗੇ? ਅਸੀਂ ਕਿਉਂ ਕਿਸੇ ਨਾਲ ਸੰਧੀ ਕਰਾਂਗੇ? ਅਸੀਂ ਤਾਂ ਜੇਲ੍ਹਾਂ ਕੱਟ ਕੇ ਆਏ ਆ, ਫਿਰ ਅਸੀਂ ਇੱਥੇ ਬਹੁਤ ਕਿੰਨੇ ਟਾਈਮ ਦੇ ਅਸੀਂ ਬੈਠੇ ਹੋਏ ਆ, ਇਸੇ ਪਿੰਡ ਦੇ ਮੈਂਬਰ ਆ। ਅਸੀਂ ਤਾਂ ਜਿੰਨਾ ਜ਼ੋਰ ਲਾਈ ਜਾਂਦੇ ਆ ਵੀ ਪੱਟੀ ਜਾਵੇ ਕਿਸੇ ਹਿਸਾਬ ਨਾਲ। ਸਾਡੇ ਲਈ ਤਾਂ ਇਹ ਗਰੋਹ ਆ। ਜਦੋਂ ਤੁਸੀਂ ਧਰਨੇ ਦੇ ਵਿੱਚ ਹੁੰਦੇ ਹੋ ਉਦੋਂ ਤੁਹਾਡੇ 5 ਦੁਸ਼ਮਣ ਹੁੰਦੇ ਆ। ਜਦੋਂ ਧਰਨਾ ਤੁਸੀਂ ਜਿੱਤ ਜਾਂਦੇ ਹੋ ਜਾਂ ਤੁਸੀਂ ਅੱਗੇ ਬੁਲੰਦੀ ਵੱਲ ਪਹੁੰਚ ਜਾਂਦੇ ਹੋ ਤਾਂ ਤੁਹਾਡੇ 500 ਦੁਸ਼ਮਣ ਹੋ ਜਾਂਦੇ ਆ। ਜਿਸ ਦਿਨ ਬਿਆਨ ਆਇਆਗਾ ਮੁੱਖ ਮੰਤਰੀ ਦਾ, ਉਸ ਦਿਨ ਜਸ਼ਨ ਵੀ ਮਨਾਏ ਗਏ, ਡੀਜੇ ਵੀ ਚੱਲਿਆ ਤੇ ਉਹੀ ਦਾਰੂ ਪੀ ਕੇ ਭੰਗੜੇ ਵੀ ਪਾਏ ਗਏ। ਉਸ ਦਿਨ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਸਮਝਾ ਪਾਏ? ਜੀਰਾ 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 ਹੁੰਦੀ ਸੀ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਇਲੈਕਟ੍ਰੋਨਿਕ ਵੈਬ ਦੇ ਉੱਤੇ। ਹੁਣ ਕਿੱਥੇ ਆ? ਮਤਲਬ ਉਹ ਕਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ ਉਵੇਂ ਦਾ ਮੀਡੀਆ ਨਹੀਂ ਚੱਲ ਰਿਹਾ ਜਾਂ ਉਵੇਂ ਦੀ ਤੁਹਾਡੇ ਨਾਲ ਆਵਾਜ਼ ਨਹੀਂ ਚੱਲ ਰਹੀ? ਸਰਕਾਰ ਨੇ ਸ਼ਾਇਦ ਤਲਵਾਰ ਧਰੀ ਹੈ ਮੀਡੀਆ ਦੇ ਉੱਤੇ ਵੀ ਤੁਸੀਂ ਜੀਰਾ ਸ਼ਰਾਬ ਫੈਕਟਰੀ ਨਹੀਂ ਜਾਣੀ। ਸਰਕਾਰ ਚਾਹੁੰਦੀ ਆ ਵੀ ਬਸ ਹੁਣ 10 ਦੀ ਸਪੀਡ ਤੇ ਮੋਰਚਾ ਚੱਲ ਰਿਹਾ, 10 ਦੀ ਚੱਲੇ, 100 ਨਾ ਫੜ ਜਾਵੇ। ਪਰ ਤੁਹਾਨੂੰ ਲੱਗਦਾ ਵੀ ਤੁਹਾਡੀਆਂ ਕਮੀਆਂ ਦਾ ਸਰਕਾਰ ਨੇ ਜਾਂ ਉਹ ਸਿਸਟਮ ਨੇ ਜ਼ਿਆਦਾ ਫਾਇਦਾ ਚੱਕਿਆ? ਜ਼ਿਆਦਾ ਨਹੀਂ, ਬਹੁਤ ਜ਼ਿਆਦਾ ਚੱਕ ਲਿਆ ਫਾਇਦਾ। ਪਰ ਇਹੋ ਜੀ ਗੱਲ ਵੀ ਸਾਹਮਣੇ ਆਈ ਵੀ ਤੁਸੀਂ ਪੱਤਰਕਾਰਾਂ ਨੂੰ, ਪ੍ਰਿੰਟ ਮੀਡੀਆ ਨੂੰ ਪਿੱਛੇ ਫੋਨ ਕਰਕੇ ਕਹੇ ਵੀ ਫਲਾਣੇ ਬੰਦੇ ਦਾ ਨਾਮ ਪ੍ਰੈਸ ਨੋਟ 'ਚ ਪਾਉਣਾ, ਫਲਾਣੇ ਦਾ ਨਹੀਂ ਪਾਉਣਾ। ਵੀ ਇਹੋ ਜਿਹੀਆਂ ਗੱਲਾਂ ਕਿਉਂ ਯਾਰ, ਜਦੋਂ ਤੁਹਾਨੂੰ ਪਤਾ ਸੀ ਵੀ ਲੋਕਾਂ ਦੇ ਲਈ ਆ, ਵਾਤਾਵਰਨ ਦੇ ਲਈ ਆ, ਇਹ ਸਾਰਾ ਕੁਝ ਸਾਡਾ ਪਰਸਨਲ ਨਹੀਂ। ਅੱਗੇ ਤੁਹਾਡਾ ਫਿਰ ਕੀ ਪਲਾਨ ਆ? ਹੁਣ ਅੱਗੇ ਕੀ ਕਰ ਰਹੇ? ਸਰ ਦੇਖੋ, ਜਿੰਨਾ ਚਿਰ ਸਰਕਾਰ ਇਸ ਇੰਡਸਟਰੀ ਨੂੰ ਟੋਟਲੀ ਬੰਦ ਨਹੀਂ ਕਰ ਦਿੰਦੀ, ਧਰਨਾ ਨਿਰੰਤਰ ਜਾਰੀ ਆ, ਚੱਲਦਾ ਰਹੂਗਾ ਜਿੰਨਾ ਚਿਰ ਤੱਕ ਅਸੀਂ ਜਿੱਤ ਨਹੀਂ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ। ਇੱਕ ਹੋਰ ਖਾਸ ਮੁਲਾਕਾਤ ਲੈ ਕੇ ਆਏ ਹਾਂ। ਜੀਰਾ ਮੋਰਚਾ, ਜੀਰਾ ਸ਼ਰਾਬ ਫੈਕਟਰੀ। ਇਸ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਬਹੁਤ ਸਾਰੀਆਂ ਚਰਚਾਵਾਂ ਛਿੜੀਆਂ। ਉਹਨਾਂ ਚਰਚਾਵਾਂ ਦੇ ਵਿੱਚ ਮੋਰਚੇ ਦਾ ਲੰਬੇ ਦਿਨ ਚੱਲਣਾ, ਬਹੁਤ ਵੱਡੇ ਵੱਡੇ ਚਿਹਰਿਆਂ ਦਾ ਜਿਹੜੇ ਸੰਘਰਸ਼ ਕਰਦੇ ਨੇ, ਜਿਹੜੇ ਕਹਿੰਦੇ ਅਸੀਂ ਪੰਜਾਬ ਹਤੈਸ਼ੀ ਹਾਂ, ਉਹਨਾਂ ਦਾ ਇੱਥੇ ਆਉਣਾ, ਕੁਝ ਹੁਣ ਵੀ ਇੱਥੇ ਆ ਰਹੇ ਨੇ। ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਆਉਣਾ ਤੇ ਉਦੋਂ ਬਾਅਦ ਇੱਥੇ ਮੌਜੂਦ ਲੋਕਾਂ ਵੱਲੋਂ ਜਸ਼ਨ ਮਨਾਇਆ ਜਾਣਾ। ਪਰ ਜੇ ਅੱਜ ਦੀ ਘੜੀ ਦੇਖਦੇ ਹਾਂ, ਮਾਰਚ ਮਹੀਨਾ 2023 ਦੇ ਵਿੱਚ ਹਜੇ ਤੱਕ ਕੋਈ ਲਿਖਤ ਫਰਮਾਨ ਇਹਨਾਂ ਕੋਲੇ ਨਹੀਂ ਪਹੁੰਚਿਆ। ਮੋਰਚਾ ਚੱਲ ਰਿਹਾ ਹੈਗਾ। ਹਾਂ, ਇਹ ਸੱਚ ਹੈ ਵੀ ਮੋਰਚੇ ਦੇ ਉੱਤੇ ਉਹੋ ਜਿਹਾ ਇਕੱਠ ਹਜੇ ਨਹੀਂ ਹੋ ਰਿਹਾ, ਮੀਡੀਆ ਦੇ ਵਿੱਚ ਨਹੀਂ ਗੱਲਾਂ ਆ ਰਹੀਆਂ। ਉਹ ਜਦੋਂ ਗੱਲਾਂ ਆ ਰਹੀਆਂ ਸੀ ਉਦੋਂ ਇਕੱਠ ਵੀ ਸੀਗਾ, ਉਦੋਂ ਚਰਚਾ ਵੀ ਬਹੁਤ ਚੱਲ ਰਹੀ ਸੀ, ਬਹੁਤ ਸਾਰੀਆਂ ਗੱਲਾਂ ਆਈਆਂ ਮੋਰਚੇ ਦੇ ਵਿੱਚ। ਪਹਿਲੇ ਦਿਨਾਂ ਤੋਂ ਜਿਹੜੇ ਨੌਜਵਾਨ ਲੱਗੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਗੱਲ ਹੋ ਗਈ, ਇਕੱਠ ਕਿਉਂ ਨਹੀਂ ਹੋ ਰਿਹਾ, ਕਿੱਥੇ ਕਮੀ ਰਹਿ ਗਈ, ਜਾਂ ਜਿਹੜਾ ਇਹ ਡਾਊਨਫਾਲ ਆਇਆਗਾ ਲੋਕਾਂ ਦੇ ਵਿੱਚ। ਇੰਨੀ ਚਰਚਾ ਸੀ, ਚਰਚਾ ਤੋਂ ਬਾਅਦ ਇਹ ਚੁੱਪ ਕਿਉਂ ਹੋਇਆ, ਸਾਰਾ ਕੁਝ ਸਾਡੇ ਨਾਲ ਰੋਮਨ ਬਰਾੜ ਤੇ ਫਤਿਹ ਸਿੰਘ ਹੋਣਗੇ। ਦੋਨਾਂ ਦਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਰੋਮਨ ਜੀ, ਪਹਿਲਾ ਸਵਾਲ ਮੇਰਾ ਇਹੀ ਆ, ਅੱਜ ਮੋਰਚਾ ਜਿੱਥੇ ਖੜਾ ਗਾ, ਤੁਸੀਂ ਕੀ ਮੰਨਦੇ ਹੋ? ਮੋਰਚਾ ਇੱਥੇ ਹੋਣਾ ਚਾਹੀਦਾ ਸੀ? ਇੰਨਾ ਉਭਾਰ ਆਇਆ ਸੀ ਸਾਰੇ ਪੰਜਾਬ ਦੇ ਵਿੱਚ, NRI ਸਾਰੇ ਸਪੋਰਟ ਕਰ ਰਹੇ ਸੀ, ਵਾਤਾਵਰਨ ਪ੍ਰੇਮੀ ਸਪੋਰਟ ਕਰ ਰਹੇ ਸੀ, ਪਰ ਅੱਜ ਜੇ ਅਸੀਂ ਮੋਰਚੇ ਦੇ ਉੱਤੇ ਜਾਂਦੇ ਹਾਂ, ਇਕੱਠ ਨਾ ਮਾਤਰਾ। ਬਾਈ ਜੀ, ਪਹਿਲੀ ਗੱਲ, ਮੋਰਚਾ ਜਿਸ ਦਿਨ CM ਸਾਹਿਬ ਨੇ ਐਲਾਨ ਕੀਤਾ ਸੀ, ਲੋਕਾਂ ਦੇ ਮਨ 'ਚ ਪਰਸੈਪਸ਼ਨ ਇਹ ਬਣ ਗਈ ਸੀ ਕਿ ਬਣੀ ਵੀ ਹੋਈ ਆ ਵੀ ਫੈਕਟਰੀ ਬੰਦ ਹੋ ਗਈ। ਫੈਕਟਰੀ ਬੰਦ ਹੋ ਗਈ, ਪਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਹਲੇ ਵੀ ਸੰਘਰਸ਼ ਕਰ ਰਹੇ ਹਾਂ। ਸਾਡੇ ਪਿੰਡਾਂ ਦੇ ਲੋਕ, ਜਥੇਬੰਦੀਆਂ ਹਲੇ ਵੀ ਬੈਠੀਆਂ ਉੱਥੇ। ਉਹ ਜਾਂ ਤਾਂ ਆਪਾਂ ਇਹਨਾਂ ਨੇ ਸਰਕਾਰ ਨਹੀਂ ਪ੍ਰਚਾਰਿਆ ਕਹਿ ਸਕਦੇ ਹਾਂ ਵੀ ਸਰਕਾਰ ਨੇ ਪ੍ਰਚਾਰ ਹੀ ਇਦਾਂ ਦਾ ਕਰਤਾ ਵੀ ਫੈਕਟਰੀ ਬੰਦ ਕਰਤੀ, ਪਰ ਫੈਕਟਰੀ ਬੰਦ ਨਹੀਂ ਹੋਈ। ਲੋਕੀ ਕਨਫਿਊਜ਼ਨ 'ਚ ਨਹੀਂ, ਮੈਂ ਲੋਕਾਂ ਨੂੰ ਕਨਫਿਊਜ਼ਨ 'ਚੋਂ ਕੱਢਣਾ ਚਾਹੁੰਦਾ। ਫੈਕਟਰੀ ਹਲੇ ਬੰਦ ਨਹੀਂ ਹੋਈ, ਧਰਨਾ ਉੱਥੇ ਚੱਲ ਰਿਹਾ। ਜਿਹੜੇ ਲੋਕ ਜੇ ਇਕੱਠ ਸੀਗਾ ਹੈ ਨਾ, ਹੁਣ ਮੰਨ ਲਓ ਮੈਨੂੰ ਵੀ ਕਈ ਵਾਰੀ ਫੋਨ ਆਉਂਦੇ ਯਾਰ ਫੈਕਟਰੀ ਤਾਂ ਬੰਦ ਹੋ ਗਈ। ਅਸੀਂ ਕਿਹਾ ਜੀ ਬੰਦ ਨਹੀਂ ਹੋਈ, ਹਲੇ ਧਰਨਾ ਲੱਗਾ ਹੀ ਆ। ਅੱਛਾ, ਧਰਨਾ ਲੱਗਾ ਹਲੇ? ਮਤਲਬ ਇਹ ਸਰਕਾਰੀ ਜਿਹੜਾ ਤੰਤਰ ਹੁੰਦਾ, ਇਹਨਾਂ ਦੀਆਂ ਏਜੰਸੀਆਂ ਹੁੰਦੀਆਂ, ਇਹਨਾਂ ਨੇ ਇਸ ਤਰੀਕੇ ਨਾਲ ਪ੍ਰਚਾਰ ਤਾਂ ਲੋਕਾਂ ਦੇ ਮਨਾਂ 'ਚ ਗੱਲ ਬਿਠਾਤੀ ਵੀ ਫੈਕਟਰੀ ਬੰਦ ਹੋ ਗਈ। ਫੈਕਟਰੀ ਹਲੇ ਤੱਕ ਬੰਦ ਨਹੀਂ ਹੋਏਗੀ।
ਕੱਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹ ਬਿਆਨ ਸੀਗਾ, ਉਹ ਬਿਆਨ ਤੇ ਹਾਲੇ ਲਿਖਤੀ ਰੂਪ ਵਿੱਚ ਫੁੱਲ ਨਹੀਂ ਚੜੇ। ਜਿੰਨਾ ਤੱਕ ਲਿਖਤੀ ਰੂਪ ਵਿੱਚ ਸਾਨੂੰ ਨਹੀਂ ਦਿੰਦੇ ਅਸੀਂ ਉਹਨਾਂ ਤੇ ਨਹੀਂ ਉੱਠਾਂਗੇ। ਚਾਹੇ ਅਸੀਂ 100 ਹੋਈਏ, ਚਾਹੇ 1000 ਤੇ ਚਾਹੇ ਲੱਖਾਂ 'ਚ ਹੋਈਏ, ਜਿੰਨਾ ਤੱਕ ਵੀ ਲਿਖਤੀ ਰੂਪ ਸਾਨੂੰ ਨਹੀਂ ਮਿਲਦਾ ਅਸੀਂ ਬੈਠੇ ਹੀ ਰਵਾਂਗੇ ਜੀ। ਪਰ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡਾ ਵੀ ਕਿਤੇ ਨਾ ਕਿਤੇ ਕਸੂਰ ਆ, ਕਿਉਂਕਿ ਜਦੋਂ ਬਿਆਨ ਆਉਂਦਾ ਉਦੋਂ ਬਾਅਦ ਤੁਸੀਂ ਸ਼ੁਕਰਾਨੇ ਦਾ ਸਮਾਗਮ ਵੀ ਕਰਤਾ? ਕਮੀਆਂ ਹੈ ਜੀ, ਅਸੀਂ ਮੰਨਦੇ ਹਾਂ, ਆਂਦੇ ਇਨਸਾਨ ਗਲਤੀਆਂ ਦਾ ਪੁਤਲਾ। ਸ਼ੁਕਰਾਨਾ ਜਿਹੜਾ ਕੀਤਾ ਸੀਗਾ, ਅਸੀਂ ਸ਼ੁਕਰਾਨਾ ਇਹ ਕੀਤਾ ਸੀਗਾ ਵੀ ਗੁਰੂ ਮਹਾਰਾਜ ਧਰਨਾ ਚੱਲ ਰਿਹਾ ਸੀਗਾ, ਚਲੋ ਅੱਜ ਸੀਐਮ ਸਾਹਿਬ ਨੇ ਫੈਕਟਰੀ ਐਲਾਨ ਕੀਤਾ ਹੈ ਨਾ ਬੰਦ ਕਰਨ ਦਾ, ਅਸੀਂ ਉਹ ਜਿੱਥੋਂ ਸਾਡੇ ਪਿੰਡ ਮਈਆਂ ਵਾਲਾ ਕਲਾਂ ਤੋਂ ਚੱਲਿਆ ਸੀਗਾ ਇਹ ਧਰਨਾ, ਤੇ ਅਸੀਂ ਉੱਥੇ ਹੀ ਸ਼ੁਕਰਾਨਾ ਕੀਤਾ ਸੀ। ਪਰ ਜਿਹੜਾ ਗੁਰੂ ਦਾ ਸ਼ੁਕਰਾਨਾ ਪੂਰਾ ਫਤਿਹ ਦਾ ਸ਼ੁਕਰਾਨਾ ਹਲੇ ਉਹ ਸਾਡਾ ਬਾਕੀ ਹੈ। ਫਤਿਹ ਦਾ ਸ਼ੁਕਰਾਨਾ ਅਸੀਂ ਸਾਂਝੇ ਮੋਰਚੇ 'ਤੇ ਹੀ ਕਰਾਂਗੇ, ਪੂਰਾ ਹੀ ਵੱਡਾ ਇਕੱਠ ਕਰਾਂਗੇ, ਗੁਰੂ ਸਾਹਿਬ ਜੀ ਦੇ ਉੱਤੇ ਪ੍ਰਕਾਸ਼ ਕਰਾਵਾਂਗੇ, ਖੰਡ ਪਾਠ ਕਰਾ ਕੇ ਭੋਗ ਪਾ ਕੇ ਵੱਡੀ ਸਟੇਜ ਲਾ ਕੇ ਪੂਰੇ ਪੰਜਾਬ ਨੂੰ ਸੱਦਾ ਦੇ ਕੇ ਫਤਿਹ ਦਾ ਸ਼ੁਕਰਾਨਾ ਹਲੇ ਬਾਕੀ ਹੈ ਜੀ। ਫਤਿਹ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਨੂੰ ਕੀ ਲੱਗਦਾ? ਤੁਹਾਨੂੰ ਲੱਗਦਾ ਵੀ ਗਲਤੀਆਂ ਹੋ ਗਈਆਂ? ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਆਈਆਂ, ਹੋ ਸਕਦਾ ਇਸ ਇੰਟਰਵਿਊ ਤੇ ਵੀ ਬਹੁਤਿਆਂ ਨੇ ਕਿੰਤੂ ਪਰੰਤੂ ਕਰਨਾ, ਪਰ ਜਿਹੜਾ ਸੱਚ ਆ ਸੱਚ ਨੂੰ ਸਾਹਮਣੇ ਆਉਣਾ ਵੀ ਚਾਹੀਦਾ ਗਾ। ਤੁਹਾਨੂੰ ਲੱਗਦਾ ਵੀ ਤੁਹਾਡੀ ਵਜ੍ਹਾ ਨਾਲ ਬਹੁਤ ਜ਼ਿਆਦਾ ਕੁਝ ਡੈਮੇਜ ਹੋ ਗਿਆ, ਤੁਸੀਂ ਜਥੇਬੰਦੀਆਂ ਨਾਲ ਉਵੇਂ ਕੰਟੈਕਟ ਕਰਕੇ ਨਹੀਂ ਚੱਲੇ, ਕਮੀ ਕਿੱਥੇ ਰਹਿ ਗਈ? ਸਰ ਦੇਖੋ, ਮੈਨੂੰ ਤਾਂ ਇਹ ਗੱਲ ਲੱਗਦੀ ਹੈ ਵੀ ਜਿਹੜੀ ਸਾਡੇ ਧਰਨੇ ਦੇ ਵਿੱਚ ਜਿਹੜੀ ਮੇਨ ਕਮੀ ਰਹਿ ਗਈ ਹੈ, ਜਿਹੜੀ ਤੁਸੀਂ ਉਹ ਪਹਿਲਾਂ ਗੱਲ ਕੀਤੀ ਸ਼ੁਕਰਾਨੇ ਵਾਲੀ ਵੀ ਗੱਲ ਹੋ ਸਕਦੀ ਆ, ਮੈਂ ਨਹੀਂ ਕਹਿੰਦਾ 100% ਹੀ ਹੋਊਗੀ, ਹੋ ਸਕਦੀ ਹੈ। ਦੇਖੋ ਹਰ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ, ਸਾਡੇ ਤੋਂ ਵੀ। ਦੇਖੋ ਅਸੀਂ ਕੋਈ ਪ੍ਰੋਫੈਸ਼ਨਲਿਜ਼ਮ ਧਰਨਾ ਹੀ ਲਾਉਣ ਵਾਲੇ ਨਹੀਂ ਹੈਗੇਗੇ, ਅਸੀਂ ਨਵੇਂ ਹੀ ਮੁੰਡੇ ਸੀਗੇ, ਜਾਂ ਜਿੰਨੀ ਸਾਡੀ ਟੀਮ ਸੀਗੀ ਜਾਂ ਧਰਨਾ ਲਾਇਆ, ਇਹ ਸਾਨੂੰ ਅਜੇ ਐਕਸਪੀਰੀਅੰਸ ਹੁਣ ਜਾ ਕੇ ਹੋਇਆ ਜੀ, ਕਿਉਂਕਿ ਨਵਾਂ ਸਾਰਾ ਕੰਮ ਸੀ। ਬਟ ਦੇਖੋ ਕੋਈ ਗੱਲ ਨਹੀਂ, ਬੰਦੇ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ, ਬੰਦੇ ਨੂੰ ਸਿੱਖ ਲੈਣਾ ਚਾਹੀਦਾ। ਜਿੰਨੀਆਂ ਮਿਸਟੇਕਸ ਹੋਈਆਂ ਅਸੀਂ ਬਹੁਤ ਕੁਝ ਸਿੱਖਿਆ, ਲਰਨ ਕੀਤਾ ਇਸ ਧਰਨੇ ਤੋਂ, ਅਸੀਂ ਬਹੁਤ ਕੁਝ ਸਿੱਖਿਆ ਜੀ। ਬਟ ਸਾਨੂੰ ਅੱਜ ਵੀ ਇਹ ਮਹਿਸੂਸ ਹੁੰਦਾ ਵੀ ਪੰਜਾਬ ਦੇ ਲੋਕ ਅੱਜ ਵੀ ਸਾਡੇ ਨਾਲ ਹੈਗੇ ਆ, ਤੇ ਧਰਨਾ ਜੀ ਚੱਲ ਰਿਹਾ, ਕੰਟੀਨਿਊ ਚੱਲ ਰਿਹਾ। ਜਿਹੜੀ ਫੈਕਟਰੀ ਬੰਦ ਕਰਨ ਦੀ ਗੱਲ ਆ, ਦੇਖੋ ਪੰਜਾਬ ਦੇ ਸੀਐਮ ਦਾ ਪਹਿਲਾਂ ਤਾਂ ਬਿਆਨ ਆਉਂਦਾ ਜੀ ਵੀ ਫੈਕਟਰੀ ਬੰਦ ਕਰ ਦਿੱਤੀ ਗਈ ਆ, ਬਟ ਉਹਨਾਂ ਨੇ ਬਿਆਨ 'ਚ ਇਹ ਥੋੜੀ ਕਿਹਾ ਵੀ ਮੈਂ ਪਰਮਾਨੈਂਟ ਹੀ ਬੰਦ ਕਰਤੀ ਆ, ਇਹੋ ਜਿਹਾ ਤਾਂ ਕੁਝ ਕਿਹਾ ਨਹੀਂ ਗਾ ਜੀ। ਨਾ ਹੀ ਉਹਨਾਂ ਨੇ ਇਹ ਕਿਹਾ ਵੀ ਪਰਮਾਨੈਂਟ ਮੈਂ ਸੀਲਡ ਕਰ ਦਿੱਤੀ ਇਹ ਕੰਪਨੀ। ਜਿਹੜੀ ਉਹਨਾਂ ਨੇ ਬਿਹਾਫ ਤੇ ਬੰਦ ਕੀਤੀ ਇਹ ਇੰਡਸਟਰੀ, ਉਹ ਹੈ ਜੀ ਜਿਹੜੀਆਂ ਇਹਨਾਂ ਦੀਆਂ 2 NOC ਸੀਆਂ ਰੀਇਸ਼ੂ ਨਹੀਂ ਕੀਤੀਆਂ ਗਈਆਂ, ਹਵਾ ਵਾਲੀਆਂ ਤੇ ਪਾਣੀ ਵਾਲੀਆਂ, ਵੀ ਇਹਨਾਂ ਨੂੰ ਅੱਗੇ ਨਹੀਂ ਆਪਰੇਟ ਨਹੀਂ ਕਰ ਸਕਦੇਗੇ। ਬਟ ਸਾਨੂੰ ਇਸ ਗੱਲ ਦਾ ਖਦਸ਼ਾ ਹੈ, ਕੱਲ ਨੂੰ ਕਿਸੇ ਹਿਸਾਬ ਨਾਲ ਇਹ ਕੋਰਟ ਦੇ ਵਿੱਚ ਕੇਸ ਜਿੱਤ ਲੈਂਦੇ ਆ ਜੇ ਮਾਲਬਰੋਸ ਵਾਲੇ, ਤੇ ਸਾਨੂੰ ਫਿਰ ਉਹ ਕੀ ਕਹਿੰਦੇ, ਇਹ ਤਾਂ ਇਹ ਕਹਿ ਦੇਣਗੇ ਵੀ ਹੁਣ ਤਾਂ ਇੰਡਸਟਰੀ ਨੇ ਇਹਨਾਂ ਨੇ ਕੇਸ ਜਿੱਤ ਲਿਆ ਜੀ, ਹੁਣ ਇੰਡਸਟਰੀ ਚੱਲੂਗੀ। ਅਸੀਂ ਇਹੋ ਜਿਹਾ ਨਹੀਂ ਚਾਹੁੰਦੇ। ਅਸੀਂ ਸਰਕਾਰ ਤੋਂ ਕਹਿੰਦੇ ਆ ਤੁਸੀਂ ਇਹਨੂੰ ਟੋਟਲੀ ਸੀਲਡ ਕਰ ਦਿਓ, ਮਾਲਬਰੋਸ ਕੰਪਨੀ ਨੂੰ ਬਲੈਕਲਿਸਟ ਕਰ ਦਿਓ, ਮਸੂਰਵਾਲ ਪਿੰਡ ਦੇ ਵਿੱਚ ਟੋਟਲੀ ਸੀਲਡ ਕਰ ਦਿਓ, ਇਸ ਕੰਪਨੀ ਨੂੰ ਸੀਲਡ ਕਰ ਦਿਓ। ਇਹ ਇੰਡਸਟਰੀ ਅੱਜ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਨਹੀਂ ਚੱਲਣੀ ਚਾਹੀਦੀ, ਕਿਉਂਕਿ ਇਹਨੇ ਨੁਕਸਾਨ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਕੀਤਾ ਜੀ। ਜਿਵੇਂ ਪਸ਼ੂ ਮਰੇ ਆ, ਬੰਦੇ ਮਰੇ ਆ, ਜਾਂ ਹੋਰ ਇਨਵਾਇਰਮੈਂਟ ਦੇ ਬਹੁਤ ਜ਼ਿਆਦਾ ਹਾਵੀ ਰਹੀ ਆ ਇਹ ਇੰਡਸਟਰੀ, ਹਰ ਪੱਖੋਂ ਹੀ ਇੰਡਸਟਰੀ ਹਾਵੀ ਰਹੀ ਆ। ਸਾਡੇ ਕੋਲੇ ਲਿਖਤ ਕੁਝ ਵੀ ਨਹੀਂ ਆਇਆ? ਸਾਡੇ ਕੋਲੇ ਬਾਈ ਜੀ ਲਿਖਤ ਕੁਝ ਨਹੀਂ। ਉਹ ਆਂਦੇ ਹੁੰਦੇ ਨਾ, ਇੱਕ ਸ਼ੇਰ ਆ, यूं तो बहुत देश भक्त थे हम, बहुत ईमानदारी थी दिल में, पर कब दिल बदल जाए पता नहीं चलता। ਇਹਨਾਂ ਦੇ ਦਿਲ ਬਦਲੇ ਆ ਜੀ, ਇਹ ਬਦਲੀਤੇ ਹੋਏ ਨੇ। ਪਰ ਲੋਕ ਤਾਂ ਕਹਿੰਦੇ ਤੁਹਾਡੇ ਵੀ ਦਿਲ ਬਦਲੇ ਆ। ਤੁਸੀਂ ਪ੍ਰਸ਼ਾਸਨ ਦੇ ਨਾਲ ਇਦਾਂ ਦੀ ਕੋਈ ਕਮਿਟਮੈਂਟ ਕਰੀ ਸੀਗੀ ਵੀ ਐਲਾਨ ਹੋ ਗਿਆ ਅਸੀਂ ਧਰਨਾ ਆਪੇ ਚੱਕ ਲਾਂਗੇ? ਬਾਈ ਜੀ ਇਦਾਂ ਦੀ ਕਮਿਟਮੈਂਟ ਕੀਤੀ ਹੁੰਦੀ ਆ ਸਾਡੇ ਮੂਹਰੇ ਬੰਦਾ ਲਿਆਉਣ ਤੋਂ। ਮੈਂ ਖੁਦ ਅੱਜ ਤੱਕ ਪ੍ਰਸ਼ਾਸਨ ਨਾਲ 15 ਮੀਟਿੰਗਾਂ ਹੋਈਆਂ ਹੋਣਗੀਆਂ ਸਾਡੇ ਮੋਰਚੇ ਦੀ ਕਮੇਟੀ ਦੀਆਂ, ਮੈਂ 3 ਮੀਟਿੰਗਾਂ 'ਚ ਗਿਆ ਜੀ। ਸੀਐਮ ਸਾਹਿਬ ਨਾਲ ਮੀਟਿੰਗ ਹੁੰਦੀ ਸੀ, ਮੇਰਾ 3 ਵਾਰੀ ਨਾਂ ਕੱਟ ਕੇ ਫਿਰ ਮੈਂ ਦੂਜੇ ਨਾਂ ਤੇ ਗਿਆ। ਮੇਰਾ ਉੱਥੇ ਦਿਖਾ ਦਿਓ ਵੀ ਜੇ ਮੇਰਾ ਸੀਐਮ ਦੀ ਮੀਟਿੰਗ ਦੇ ਵਿੱਚ ਵੀ ਨਾਮ ਹੋਵੇ ਤਾਂ। ਸਾਡਾ ਪ੍ਰਸ਼ਾਸਨ ਨਾਲ ਕੀ ਆ ਜੀ, ਮੈਨੂੰ ਕਿਹੜਾ ਕੋਈ ਬਿੱਗੇ ਆਉਂਦੇ ਆ ਜੀ, ਮੈਨੂੰ ਕਿਹੜਾ ਕੋਈ ਕੁਰੇ ਆਉਂਦੇ ਆ ਵੱਡੇ, ਕੋਈ ਟੱਕ ਆਉਂਦਾ ਪੈਲੀ ਦਾ ਵੀ ਮੇਰਾ ਬਾਹਲਾ ਜ਼ਿਆਦਾ ਸੀਗਾ। ਮੈਂ ਤਾਂ ਜੇ ਤੁਰਿਆ ਸੀਗਾ ਗੁਰੂ ਸਾਹਿਬ ਜੀ ਦੇ ਇੱਕ ਲੰਗਰ ਹਾਲ ਦੇ ਵਿੱਚੋਂ, ਬੋਰ ਦੇ ਵਿੱਚੋਂ ਪਾਣੀ ਨਿਕਲਿਆ ਸੀਗਾ। ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲੇ ਸੀ, ਅਸੀਂ ਮਰ ਸਕਦੇ ਪਿੱਛੇ ਨਹੀਂ ਹਟ ਸਕਦੇ, ਨਾ ਅਸੀਂ ਪਿੱਛੇ ਹਟਾਂਗੇ। ਲੋਕਾਂ ਨੇ ਕਹਿਣ ਵਾਲੇ, ਦੇਖੋ ਜੀ ਜਦੋਂ ਤੁਸੀਂ ਧਰਨੇ ਦੇ ਵਿੱਚ ਹੁੰਦੇ ਹੋ ਉਦੋਂ ਤੁਹਾਡੇ 5 ਦੁਸ਼ਮਣ ਹੁੰਦੇ ਆ, ਜਦੋਂ ਧਰਨਾ ਤੁਸੀਂ ਜਿੱਤ ਜਾਂਦੇ ਹੋ ਜਾਂ ਤੁਸੀਂ ਅੱਗੇ ਬੁਲੰਦੀ ਵੱਲ ਪਹੁੰਚ ਜਾਂਦੇ ਹੋ ਤਾਂ ਤੁਹਾਡੇ 500 ਦੁਸ਼ਮਣ ਹੋ ਜਾਂਦੇ ਆ। ਦੁਸ਼ਮਣ ਨਹੀਂ ਕਹਿ ਸਕਦੇ, ਵਿਰੋਧੀ। ਵਿਰੋਧੀ ਆ, ਵਿਰੋਧੀਆਂ ਨੇ ਗੱਲਾਂ ਕਰਨੀਆਂ, ਵਿਰੋਧੀਆਂ ਹੁਣ ਮਤਲਬ ਅਗਲੇ ਨੂੰ ਹੁੰਦਾ ਯਾਰ ਕੱਲ ਤੇ ਜਵਾਕ ਆ ਯਾਰ, ਇਹ ਮੂਹਰੇ ਕਿਵੇਂ ਲੱਗ ਗਏ, ਇਹ ਮੂਹਰੇ ਕਿਵੇਂ ਹੋ ਗਏ। ਸਾਡੀ ਕੋਈ ਵੀ ਪ੍ਰਸ਼ਾਸਨ ਨਾਲ ਕਮਿਟਮੈਂਟ ਨਹੀਂ ਹੋਈ। IG ਦਾ ਫੋਨ ਆਵੇ ਮੈਂ ਕੱਟਿਆ ਜੀ, SSP ਦਾ ਫੋਨ ਆਉਂਦਾ ਸੀ ਅੱਗੋਂ ਮੈਂ ਕੱਟਦਾ ਸੀਗਾ, ਮੈਂ ਕਿਸੇ ਦਾ ਫੋਨ ਨਹੀਂ ਚੱਕਦਾ। ਮੇਰੇ ਫੋਨ ਦੀ ਡਿਟੇਲ ਕਢਾ ਲਓ ਵੀ ਕਿੰਨਾ ਕੁ ਮੈਨੂੰ ਪ੍ਰਸ਼ਾਸਨ ਦਾ ਫੋਨ ਆਉਂਦਾ। ਮੈਂ ਤੁਹਾਡੇ ਮਾਧਿਅਮ ਰਾਹੀਂ ਦੇਣਾ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿੱਥੇ ਮਰਜ਼ੀ ਲੈ ਜਾਓ, ਜਿਹੜੀ ਜਗ੍ਹਾ ਮਰਜ਼ੀ ਲੈ ਜਾਓ, ਜੇ ਮੇਰੀ ਇਦਾਂ ਦੀ ਕੋਈ ਪ੍ਰਸ਼ਾਸਨ ਨਾਲ ਕਮਿਟਮੈਂਟ ਹੋਈ ਹੋਵੇ, ਜਿੱਦਣ ਲਿਖਤੀ ਰੂਪ ਦਿੰਦੇ ਆ, ਇਹ ਐਲਾਨ ਕਰਦੇ ਆ, CM ਸਾਹਿਬ ਐਲਾਨ ਕਰਦੇ ਆ, ਮੈਂ ਖੁਦ
ਉੱਥੇ ਇਹ ਜਦੋਂ ਸਾਡੀ ਮੀਟਿੰਗ ਹੋਈ ਪ੍ਰਸ਼ਾਸਨ ਨਾਲ, ਮੈਂ ਸਾਰੀਆਂ ਹੀ ਲੋਕ ਬੈਠੇ, ਸਾਡੀ ਸਾਰੀ ਕਮੇਟੀ ਬੈਠੀ ਸੀ, ਜਥੇਬੰਦੀਆਂ ਦੇ ਬੰਦੇ ਵੀ ਬੈਠੇ ਸੀਗੇ। ਮੈਂ ਉਦੋਂ ਹੀ ਕਿਹਾ ਐਸਐਸਪੀ ਤੇ ਆਈਜੀ ਜਸਕਰਨ ਸਿੰਘ ਜੀ ਬੈਠੇ ਸੀਗੇ, ਮੈਂ ਕਿਹਾ ਜੀ ਲਿਖਤੀ ਰੂਪ ਦਿਓ। ਉਹ ਆਂਦੇ ਜੀ ਲਿਖਤੀ ਰੂਪ, ਜਦੋਂ ਸੀਐਮ ਸਾਹਿਬ ਨੇ ਬਿਆਨ ਦਿੱਤਾ, ਸੀਐਮ ਦਾ ਬਿਆਨ ਹੀ ਬਹੁਤ ਵੱਡੀ ਗੱਲ ਆ। ਅਸੀਂ ਕਿਹਾ ਜੀ, ਮੈਂ ਖੁਦ ਉਦੋਂ ਜਿੱਦਿਆ ਸੀਗਾ, ਮੈਂ ਕਿਹਾ ਜੀ ਲਿਖਤੀ ਰੂਪ ਦਿਓ, ਲਿਖਤੀ ਰੂਪ ਦਿਓ। ਸਾਡੇ ਬਾਅਦ ਚ ਜੋ ਮੋਰਚੇ ਦੀ ਕਮੇਟੀ ਫਿਰ ਪੂਰੇ ਅਸੀਂ ਕਹਿੰਦੇ ਜੀ ਲਿਖਤੀ ਰੂਪ ਦਿਓ, ਅੱਜ ਵੀ ਕਹਿੰਦੇ ਆ ਸਾਡੇ ਲਿਖਤੀ ਰੂਪ ਦਿਓ। ਦੇਖੋ ਜੀ, ਮੈਂ ਕੋਈ ਇਸ ਫੈਕਟਰੀ ਦੇ ਵਿੱਚੋਂ ਕੋਈ ਕਮਾਈਆਂ ਕਰਨ ਜਾਂ ਮੈਂ ਕੋਈ ਇਹ ਧਰਨਾ ਕੋਈ ਇਦਾਂ ਦਾ, ਮੈਂ ਉਹ ਚੀਜ਼ ਨਹੀਂ ਹੈਗੀ ਯਾਰ। ਆਪਾਂ ਜੇ ਆਏ ਆ ਸੱਚੇ ਦਿਲ ਨਾਲ, ਭਾਵਨਾ ਨਾਲ ਲੱਗੇ ਆ, ਗੁਰੂ ਸਾਹਿਬ ਨਾਲ ਜੁੜੇ ਆ। ਬਹੁਤ ਲੋਕ ਕਹਿੰਦੇ ਹੁਣ ਕਿ ਨੈਗੇਟਿਵ ਪੁਆਇੰਟ ਬਹੁਤ ਕਰਦੇ ਨੇ, ਅਸੀਂ ਤਾਂ ਧੰਨਵਾਦ ਕਰਦੇ ਆ ਸਾਰੀਆਂ ਹੀ ਪੰਜਾਬ ਦਾ, ਸਮੁੱਚੇ ਪੰਜਾਬ ਦਾ, ਸਾਰੀਆਂ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ, ਜਿਨ੍ਹਾਂ ਨੇ ਸਾਡੇ ਨਾਲ ਮੋਢਾ ਲਾ ਕੇ ਸਾਥ ਦਿੱਤਾ। ਤੇ ਜਿਹੜੇ ਲੋਕ ਨੈਗੇਟਿਵ ਕਹਿੰਦੇ ਆ, ਸਾਨੂੰ ਕਹਿੰਦੇ ਵੀ ਇਹ ਆਏ ਕਮਿਟਮੈਂਟ ਕੀਤੀ ਸੀ ਜਾਂ ਇਦਾਂ ਸੀ, ਪ੍ਰਸ਼ਾਸਨ ਦੇ ਟੱਚ ਸੀ, ਮੈਂ ਕਹਿੰਦਾ ਤੁਸੀਂ ਆਓ, ਜਿੱਥੇ ਕਹੋਗੇ ਉੱਥੇ ਸਹੁੰ ਖਾਣ ਨੂੰ ਤਿਆਰ ਆ। ਸਾਡੀ ਕੋਈ ਵੀ ਪ੍ਰਸ਼ਾਸਨ ਨਾਲ, ਮੇਰੀ ਖੁਦ ਵੀ ਪਰਸਨਲੀ ਮੈਂ ਆਪਦੀ ਕਹਿੰਦਾ ਮੇਰੀ ਫਤਿਹ ਜੀ, ਕੋਈ ਇਹੋ ਜਿਹੀ ਗੱਲ ਨਹੀਂ ਹੋਈ ਕਿਸੇ ਨਾਲ ਵੀ, ਕਿਸੇ ਅਧਿਕਾਰੀ ਨਾਲ ਇਹੋ ਜਿਹੀ ਗੱਲ ਹੋਈ ਹੋਵੇ ਵੀ ਚੁੱਪ ਕਰਕੇ ਅਸੀਂ ਆਪੇ ਸਾਰਾ ਕੁਝ ਸਾਰੀ ਸੈਟਿੰਗ ਕਰ ਦਾਂਗੇ? ਉਹ ਨਹੀਂ ਸਰ, ਇਦਾਂ ਦੀ ਕਿਹੜੀ ਗੱਲ ਹੋਈ ਆ। ਅਸੀਂ ਦੇਖੋ ਧਰਨਾ ਤਾਂ ਅੱਜ ਵੀ ਸਾਡਾ ਕੰਟੀਨਿਊ ਚੱਲਦਾ ਜੀ। ਸਾਡੀ ਸ਼ੁਰੂ ਤੋਂ ਇਹੀ ਮੰਗ ਹੈ ਜੀ, ਫੈਕਟਰੀ ਬੰਦ, ਫੈਕਟਰੀ ਪੱਕੇ ਤੌਰ ਤੇ ਬੰਦ। ਇਹ ਨਹੀਂ ਹੈਗਾ ਵੀ ਸਰਕਾਰ ਬਿਆਨ ਦੇ ਕੇ ਵੀ ਟੈਂਪਰੇਰੀ ਬੰਦ ਕਰ ਦੇ, ਬਾਅਦ ਚ ਇਹਨੂੰ ਸਰਕਾਰ ਚਲਵਾ ਲੇ। ਪਰ ਜਿਸ ਦਿਨ ਬਿਆਨ ਆਏਗਾ ਮੁੱਖ ਮੰਤਰੀ ਦਾ, ਉਸ ਦਿਨ ਜਸ਼ਨ ਵੀ ਮਨਾਏ ਗਏ, ਡੀਜੇ ਵੀ ਚੱਲਿਆ ਤੇ ਉਹੀ ਦਾਰੂ ਪੀ ਕੇ ਭੰਗੜੇ ਵੀ ਪਾਏ ਗਏ। ਉਸ ਦਿਨ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਸਮਝਾ ਪਾਏ? ਮਤਲਬ ਉਸ ਦਿਨ ਕੀ ਗਲਤੀ ਹੋ ਗਈ? ਕਿਉਂਕਿ ਸਾਰੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਚਲਾ ਗਿਆ। ਤੁਹਾਨੂੰ ਲੱਗਦਾ ਵੀ ਉੱਥੇ ਕੋਈ ਕਮਜ਼ੋਰ ਕੜੀ ਰਹਿ ਗਈ? ਸਰ ਦੇਖੋ, ਅਸੀਂ ਉਦੋਂ ਵੀ ਇਹ ਕਹਿੰਦੇ ਸੀਗੇ ਵੀ ਇਹ ਅੰਸ਼ਕ ਜਿੱਤ ਹੈ, ਜੇ ਆਪਾਂ ਕਹਿ ਦਈਏ ਫੁੱਲੀ ਵਿਕਟਰੀ ਨਹੀਂ ਹੈਗੀ ਇਹ। ਕਿਉਂਕਿ ਦੇਖੋ ਇਹੋ ਜਿਹੀਆਂ ਜਿਹੜੀਆਂ ਇੰਡਸਟਰੀਆਂ ਇਹ ਕਿਸੇ ਮਤਲਬ ਸਟੇਜ ਤੇ ਜਾ ਕੇ ਬੰਦ ਹੋਣਗੀਆਂ। ਇਹ ਨਹੀਂ ਹੈਗਾ ਵੀ ਸੀਐਮ ਨੇ ਕਹਿਤੀ ਤਾਂ ਬੰਦ ਹੋ ਗਈ, ਜਾਂ ਤਾਂ ਫਿਰ ਹਾਈ ਕੋਰਟ 'ਚ ਅਸੀਂ ਕੇਸ ਜਿੱਤ ਜਾਂਦੇ। ਸੀਐਮ ਦੀ ਸਟੇਟਮੈਂਟ ਸੀਗੀ, ਬਟ ਜੇ ਸਾਨੂੰ ਇਹੋ ਜਿਹੀ ਗੱਲ ਹੁੰਦੀ ਫਿਰ ਅਸੀਂ ਧਰਨਾ ਵੀ ਚੱਕ ਲੈਂਦੇ। ਅਸੀਂ ਕੋਈ ਕੱਚੇ ਖਿਲਾੜੀ ਨਹੀਂ ਹੈਗੇਗੇ, ਅਸੀਂ ਅੱਜ ਵੀ ਫੀਲਡ 'ਚ ਡਟੇ ਹੋਏ ਆ। ਤੁਸੀਂ ਗਰਾਊਂਡ ਤੇ ਜਾ ਕੇ 150-200 ਬੰਦਾ ਅੱਜ ਵੀ ਸਾਡੇ ਤੋਂ ਧਰਨੇ ਤੇ ਬੈਠਾ ਸੀ। ਮੈਂ ਉੱਥੇ ਬੋਲ ਕੇ ਵੀ ਆਇਆ 10-15 ਮਿੰਟ, ਜਦੋਂ ਤੁਸੀਂ ਆਏ ਮੈਂ 15 ਮਿੰਟ ਪਹਿਲਾਂ ਬੋਲ ਕੇ ਵੀ ਆਇਆ। ਮੈਂ ਸਾਰੀਆਂ ਗੱਲਾਂ ਉੱਥੇ ਦੱਸ ਕੇ ਵੀ ਆਇਆ ਤੇ ਸਟੇਜ ਦੇ ਉੱਤੇ। ਯਾਨੀ ਕਿ ਸਰ ਸਾਡੀ ਅੱਜ ਵੀ ਕੰਟੀਨਿਊ ਫਾਈਟ ਚੱਲ ਰਹੀ ਆ ਕਾਰਪੋਰੇਟ ਦੇ ਨਾਲ, ਮਾਲ ਬਲੋਸ ਇੰਡਸਟਰੀ ਦੇ ਅਗੇਂਸਟ। ਕਿਉਂਕਿ ਸਾਨੂੰ ਪਤਾ ਵੀ ਸਰਕਾਰਾਂ ਕਦੇ ਡੋਲ ਜਾਂਦੀਆਂ ਹੁੰਦੀਆਂ, ਪਰ ਅਸੀਂ ਨਹੀਂ ਡੋਲਣਾਗਾ। ਅਸੀਂ ਅੱਜ ਵੀ ਖੜੇ ਆ। ਪਰ ਲੋਕ ਤਾਂ ਕਹਿੰਦੇ ਤੁਸੀਂ ਡੋਲ ਗਏ। ਨਹੀਂ ਸਰ ਦੇਖੋ, ਕਿਸੇ ਦੇ ਕਹਿਣ ਨਾਲ ਥੋੜੀ ਅਸੀਂ ਮੰਨ ਜਾਾਂਗੇ। ਦੁਨੀਆ ਤਾਂ ਬਹੁਤ ਕੁਝ ਕਹਿੰਦੀ ਆ, ਪਰ ਅਸੀਂ ਅੱਜ ਵੀ ਆਪਦੇ ਟਰੈਕ ਤੇ ਖੜੇ ਆ। ਧਰਨਾ ਚੱਲ ਰਿਹਾ, ਅਸੀਂ ਅਖੀਰ ਤੱਕ ਲੜਾਂਗੇ ਜਿੰਨਾ ਚਿਰ ਤੱਕ ਇਹ ਕੰਪਨੀ ਸੀਲਡ ਨਹੀਂ ਹੋ ਜਾਂਦੀਗੀ, ਇਹ ਇੰਡਸਟਰੀ ਸੀਲਡ ਨਹੀਂ ਹੋ ਜਾਂਦੀ, ਬਲੈਕਲਿਸਟ ਨਹੀਂ ਹੋ ਜਾਂਦੀਗੀ ਵਿਲੇਜ ਮਸੂਰਵਾਲ ਵਿੱਚੋਂ। ਜਿਵੇਂ ਪਿਛਲੇ ਦਿਨੀ ਅਦਾਲਤ ਦੇ ਵਿੱਚ ਤਰੀਕ ਸੀਗੀ, ਹੁਣ ਅੱਗੇ ਤਰੀਕ ਆਈ ਆ, ਤਾਂ ਮੈਨੂੰ ਲੱਗਦਾ ਵੀ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊ। ਉਸ ਹਿਸਾਬ ਨਾਲ ਮੀਡੀਆ ਦੇ ਵਿੱਚ ਹਾਈਲਾਈਟ ਹੀ ਨਹੀਂ ਹੋਈ ਵੀ ਅਗਲੀ ਤਰੀਕ ਕਿੰਨੀ ਹੋਊਗੀ, ਕਿਹੜੇ ਦਿਨ ਤਰੀਕ ਸੀ। ਜਿਵੇਂ ਇੱਕ ਟਾਈਮ ਦੇ ਉੱਤੇ ਜੀਰਾ ਹੁੰਦੀ ਸੀ ਖਬਰਾਂ ਦੇ ਵਿੱਚ, ਅਖਬਾਰਾਂ ਦੇ ਵਿੱਚ, ਇਲੈਕਟ੍ਰੋਨਿਕ ਵੈਬ ਦੇ ਉੱਤੇ, ਹੁਣ ਕਿੱਥੇ ਆ? ਮਤਲਬ ਉਹ ਕਿੱਥੇ ਤੁਹਾਨੂੰ ਲੱਗਦਾ? ਤੁਹਾਡੇ ਨਾਲ ਉਵੇਂ ਦਾ ਮੀਡੀਆ ਨਹੀਂ ਚੱਲ ਰਿਹਾ ਜਾਂ ਉਵੇਂ ਦੀ ਤੁਹਾਡੇ ਨਾਲ ਆਵਾਜ਼ ਨਹੀਂ ਚੱਲ ਰਹੀ, ਉਹ ਕਿੱਥੇ ਗੱਲ ਗੜਬੜ? ਉਹੀ ਚੀਜ਼ ਨਾ, ਜਿਵੇਂ ਪਹਿਲਾਂ ਕਿਹਾ ਸੀਗਾ ਵੀ ਇਹ ਏਜੰਸੀਆਂ ਨੇ ਜਾਂ ਸਰਕਾਰਾਂ ਨੇ ਲੋਕਾਂ ਦੇ ਮਨਾਂ ਵਿੱਚ ਗੱਲ ਬਿਠਾਤੀ ਆ ਵੀ ਜੀਰਾ ਸ਼ਰਾਬ ਫੈਕਟਰੀ ਬੰਦ ਹੋ ਗਈ ਆ। ਉਹ ਇਹ ਤਾਂ ਕਰਕੇ ਆ ਜੀ। ਦੇਖੋ ਜੀ, ਤੁਸੀਂ ਪਹਿਲਾਂ ਕਹਿ ਰਹੇ ਸੀਗੇ ਹਨਾ ਵੀ ਇਹ ਤੁਹਾਡੀ ਜਾਂ ਇਹਨਾਂ ਨੇ ਕਮਿਟਮੈਂਟ ਹੋਈ ਆ। ਮੈਂ ਕਹਿੰਦਾ, ਮੈਂ ਖੁਦ ਆਮ ਆਦਮੀ ਪਾਰਟੀ ਦੇ ਨਾਲ ਰਿਹਾ, ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ। ਹੁਣ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ 2014 ਤੋਂ 13-14 ਤੋਂ ਵੋਟਾਂ ਪਾ ਰਹੇ ਹਾਂ। ਜੇ ਅਸੀਂ ਪ੍ਰਸ਼ਾਸਨ ਨਾਲ ਸਾਡੀ ਤਾਲਮੇਲ ਹੁੰਦੀ, ਸਾਨੂੰ ਕੀ ਲੋੜ ਸੀ ਆਪਦੇ ਜੀਰੇ ਹਲਕੇ ਦੇ ਐਮਐਲਏ ਨਾਲ ਵਿਗਾੜਨ ਦੀ? ਅੱਜ ਵੀ ਅਸੀਂ ਕਿਤੇ ਜਾ ਕੇ ਟੂਰਨਾਮੈਂਟਾਂ ਤੇ ਜਾਂ ਉਦਘਾਟਨਾਂ ਤੇ ਜਾ ਕੇ ਰੀਬਨ ਕੱਟਣਾ ਸੀ ਨਾਲ। ਅਸੀਂ ਵੀ ਅੱਜ ਜੇ ਅਸੀਂ ਉਹ ਜੇ ਮਨ 'ਚ ਸੋਚ ਹੁੰਦੀ ਤਾਂ ਮੈਂ ਜੀ ਮੰਤਰੀ ਤੋਂ ਲੈ ਕੇ ਸੰਤਰੀ ਤੱਕ, ਈਵਨ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਹਾ ਵੀ ਮੈਂ ਤੁਹਾਡਾ ਭਮੱਕੜ ਸੀ ਜਿਹੜਾ ਤੁਸੀਂ ਕਹਿੰਦੇ ਹੁੰਦੇ ਸੀਗੇ। ਅਸੀਂ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਗੱਲ ਕੀਤੀ ਆ ਜੀ। ਸਾਨੂੰ ਇਹ ਚੀਜ਼ ਹੈ ਨਹੀਂ ਕਿ, ਪਰ ਸਰਕਾਰ ਬਦਨੀਤੀ ਹੋਈ ਆ ਐਕਸਾਈਜ਼ ਪਾਲਿਸੀ ਦਿੱਲੀ ਵਾਲੀ। ਦੇਖੋ ਜੀ, ਪੂਰੀ ਹੀ ਦਿੱਲੀ ਸਰਕਾਰ ਹਲਾਈ ਪਈ ਆ। ਮਨੀਸ਼ ਸਿਸੋਦੀਆ ਚੱਕਿਆ ਗਿਆ, ਤੁਹਾਨੂੰ ਪਤਾ ਹੀ ਪਿਛਲੀ ਵਾਰੀ। ਗੌਤਮ ਮਲਹੋਤਰਾ ਉਹ ਤੋਂ ਪਹਿਲਾਂ ਚੱਕਿਆ। ਗੌਤਮ ਮਲਹੋਤਰਾ ਕੌਣ ਆ? ਦੀਪ ਮਲਹੋਤਰੇ ਦਾ ਮੁੰਡਾ। ਹੁਣ ਉਹ ਮਨੀਸ਼ ਸਿਸੋਦੀਆ ਚੱਕਿਆ ਕਿ ਕਿਹੜੀ ਪਾਲਿਸੀ 'ਚ? ਐਕਸਾਈਜ਼ ਪਾਲਿਸੀ ਜਿਹੜਾ ਘਟਾਲਾ ਹੋਇਆ ਸੀਗਾ। ਤੇ ਉਹ ਜੀਰੇ ਸ਼ਰਾਬ ਫੈਕਟਰੀ ਨਾਲ ਵੀ ਕਦੇ ਨਾ ਕਦੇ ਉਹਦੇ ਤਾਰ ਜੁੜਦੇ ਆ, ਪੰਜਾਬ ਦੇ ਸਰਕਾਰ ਨਾਲ ਵੀ ਤਾਰ ਜੁੜਦੇ ਆ। ਮਾਣਯੋਗ ਮੁੱਖ ਮੰਤਰੀ ਸਾਹਿਬ ਜੇ ਬੰਦ ਕਰਨਾ ਚਾਹੁੰਦੇ ਆ, ਉਹ ਦਿੱਲੀ ਪ੍ਰੈਸ਼ਰ ਪਾ ਦਿੰਦੀ ਆ, ਰਾਘਵ ਚੱਡੇ ਵਰਗੇ ਪ੍ਰੈਸ਼ਰ ਪਾ ਦਿੰਦੇ ਆ। ਆਹੀ ਚੀਜ਼ ਆ ਨਾ, ਸਾਨੂੰ ਦੱਸੇ ਸਰਕਾਰ ਖੁੱਲ੍ਹ ਕੇ ਦੱਸੇ ਵੀ ਕਾਹ ਤੋਂ ਨਹੀਂ ਲਿਖਤੀ ਰੂਪ ਦੇ ਰਹੇ। ਮਾਣਯੋਗ ਸੀਐਮ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਉਹ ਬਿਆਨ ਤੇ ਲਿਖਤੀ ਰੂਪ ਜਿਹੜਾ ਹੀ ਬਿਆਨ ਦਿੱਤਾ, ਉਹਨਾਂ ਨੇ ਕਿਹਾ ਸੀਗਾ ਤੁਰੰਤ ਪ੍ਰਭਾਵ ਤੇ ਜੀਰਾ ਸ਼ਰਾਬ ਫੈਕਟਰੀ ਬੰਦ। ਪਰ ਤੁਸੀਂ ਤਾਂ ਖਬਰਾਂ 'ਚ ਹੀ ਨਹੀਂ, ਕਿਸੇ ਨੂੰ ਪਤਾ ਹੀ ਨਹੀਂ ਵੀ ਅਗਲੀ 18 ਤਰੀਕ ਪੈ ਗਈ। ਉਹ ਕਿਉਂ ਆ? ਉਹ ਕਿੱਥੇ ਘਾਟ ਆ? ਮਤਲਬ ਉਹ ਮੀਡੀਆ ਵਾਲੇ ਨਹੀਂ ਤੁਹਾਡੇ ਨਾਲ ਚੱਲ ਰਹੇ ਜਾਂ ਕੀ ਆ? ਕੋਈ ਆ ਰਿਹਾ ਇੱਥੇ? ਸਾਡੇ ਨਾਲ ਮੀਡੀਆ ਨਹੀਂ ਆ ਰਿਹਾ। ਮੀਡੀਆ ਨਹੀਂ ਚੱਲ ਰਿਹਾ। ਮੀਡੀਆ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਜਿਹੜੇ ਮੀਡੀਆ ਨੇ ਸਾਡਾ ਸਾਥ ਦਿੱਤਾ, ਅਸੀਂ ਧੰਨਵਾਦ ਵੀ ਕਰਦੇ ਹਾਂ ਤੁਹਾਡੇ ਵਰਗੇ ਚਿਹਰਿਆਂ ਦਾ।
ਬਾਈ ਤੁਹਾਡੇ ਵਰਗੇ ਚਿਹਰਿਆਂ ਦਾ ਅਸੀਂ ਧੰਨਵਾਦ ਕਰਦੇ, ਤੁਸੀਂ ਆਏ ਹੋ, ਜੀ ਆਇਆਂ ਨੂੰ। ਪਰ ਸਾਡੇ ਕੋਲੇ ਹੁਣ ਮੀਡੀਆ ਉਨੇ ਮਤਲਬ ਨਹੀਂ ਆ ਉਹਦਾ ਕਾਰਨ ਕੀ ਮੰਨਦੇ ਹੋ ਵੀ ਮੀਡੀਆ ਨੂੰ ਰੋਕਿਆ ਗਿਆ ਜਾਂ ਕੀ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਤੁਸੀਂ ਫੋਨ ਤਾਂ ਕਰਦੇ ਹੋਵੋਗੇ ਜਾਂ ਕੁਝ ਤਾਂ ਕਹਿੰਦੇ ਹੋਵੋਗੇ ਵੀ ਆਓ ਜਿੱਥੇ ਤੁਸੀਂ ਪਹਿਲਾਂ ਆ ਰਹੇ ਸੀ ਹੁਣ ਕਿਉਂ ਨਹੀਂ ਆ ਰਹੇ? ਕੁਛ ਕਮੀਆਂ ਪਹਿਲਾਂ ਤਾਂ ਅਸੀਂ ਆਨੇ ਹੁੰਦੇ ਜੀ, ਦੂਜੇ ਨੂੰ ਭੰਡਣ ਤੋਂ ਪਹਿਲਾਂ ਆਪ ਦੇ ਵਿੱਚ ਕਮੀਆਂ ਹੋਣੀਆਂ ਚਾਹੀਦੀਆਂ, ਕੱਢਣੀਆਂ ਚਾਹੀਦੀਆਂ। ਕੁਛ ਕਮੀਆਂ ਸਾਡੇ ਵਿੱਚ ਆ ਜੀ, ਸਾਡੇ ਵਿੱਚ ਹੋਣਗੀਆਂ। ਕੁਛ ਮੇਰੇ ਹਿਸਾਬ 'ਚ ਸਰਕਾਰ ਨੇ ਸ਼ਾਇਦ ਤਲਵਾਰ ਧਰੀ ਆ ਮੀਡੀਆ ਦੇ ਉੱਤੇ ਵੀ ਤੁਸੀਂ ਜੀਰਾ ਸ਼ਰਾਬ ਫੈਕਟਰੀ ਨਹੀਂ ਜਾਣੀ। ਸਰਕਾਰ ਚਾਹੁੰਦੀ ਆ ਵੀ ਬਸ ਹੁਣ 10 ਦੀ ਸਪੀਡ ਤੇ ਮੋਰਚਾ ਚੱਲ ਰਿਹਾ, 10 ਦੀ ਚੱਲੇ, 100 ਨਾ ਫੜ ਜਾਵੇ, ਇਹ ਰਫ਼ਤਾਰ ਨਾ ਫੜ ਜਾਵੇ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ, ਸਾਡੇ ਪਿੰਡ ਬਾਬਾ ਜੀ ਦੀ ਬਰਸੀ ਚੱਲ ਰਹੀ ਆ, ਬਾਬਾ ਜੀ ਦੀ ਬਰਸੀ ਦੇ ਕੁਝ ਦਿਨ ਬਸ ਰਹਿ ਗਏ ਬਾਕੀ ਆ। ਤੇ ਇਸੇ ਹੀ ਤਰ੍ਹਾਂ ਜਿਵੇਂ ਪਹਿਲਾਂ ਪੂਰੀ ਚੜ੍ਹਦੀ ਕਲਾ 'ਚ ਆਵਾਜ਼ ਚੱਕਦੇ ਸੀ, ਹੁਣ ਵੀ ਉਸੇ ਚੜ੍ਹਦੀ ਕਲਾ 'ਚ ਆਵਾਜ਼ ਚੱਕਾਂਗੇ, ਚਾਹੇ ਸਾਨੂੰ ਮਰਨਾ ਪੈ ਜਾਏ, ਪਿੱਛੇ ਨਹੀਂ ਹਟਾਂਗੇ ਜੀ। ਤੇ ਨਾ ਸਾਨੂੰ ਕੋਈ ਲਾਲਚਾ, ਨਾ ਸਾਨੂੰ ਕੋਈ ਇਦਾਂ ਦਾ ਹੈਗਾ, ਨਾ ਕੋਈ ਅਸੀਂ ਮੈਂਬਰੀਆਂ ਸਰਪੰਚੀਆਂ ਲੜਨੀਆਂ, ਨਾ ਇਦਾਂ ਦਾ ਕੁਝ ਵੀ ਨਹੀਂ ਹੈਗਾ। ਪਰ ਤੁਹਾਨੂੰ ਲੱਗਦਾ ਵੀ ਤੁਹਾਡੀਆਂ ਕਮੀਆਂ ਦਾ ਸਰਕਾਰ ਨੇ ਜਾਂ ਉਹ ਸਿਸਟਮ ਨੇ ਜ਼ਿਆਦਾ ਫਾਇਦਾ ਚੱਕਿਆ? ਫਾਇਦਾ ਜ਼ਿਆਦਾ ਨਹੀਂ, ਬਹੁਤ ਜ਼ਿਆਦਾ ਚੱਕ ਲਿਆ ਫਾਇਦਾ। ਪਰ ਤੁਸੀਂ ਜਿਹੜੀ ਇੱਕ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਵੀ ਜਥੇਬੰਦੀਆਂ ਨਾਲ ਤੁਸੀਂ ਉਵੇਂ ਤਾਲਮੇਲ ਕਰਕੇ ਨਹੀਂ ਚੱਲੇ, ਈਵਨ ਕਿ ਇੱਥੋਂ ਤੱਕ ਕਿ ਵੀ ਗਰੁੱਪਾਂ ਦੇ ਵਿੱਚ ਰਿਕਾਰਡਿੰਗਾਂ ਵੀ ਆਉਂਦੀਆਂ ਰਹਿੰਦੀਆਂ ਵੀ ਆਹ ਬੰਦੇ ਆਏ ਆ, ਇਹਨਾਂ ਨੂੰ ਆਏ ਨਹੀਂ ਉਹ ਕਰਨਾ ਚਾਹੀਦਾ, ਇਹ ਕਿਉਂ ਹੋਇਆ? ਸਰ ਦੇਖੋ, ਜਦੋਂ ਵੱਡੇ ਮੋਰਚੇ ਲੱਗਦੇ ਹੁੰਦੇ ਆ ਨਾ, ਛੋਟੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ। ਇਹ ਦਿੱਲੀ ਮੋਰਚੇ 'ਚ ਵੀ ਬਹੁਤ ਕੁਛ, ਇੱਥੇ ਤਾਂ ਕੁਝ ਵੀ ਨਹੀਂ ਹੋਇਆ ਹੈਗਾ। ਤੁਸੀਂ ਇਸ ਮੋਰਚੇ ਦੀ ਗੱਲ ਕਰਦੇ ਹੋ, ਇੱਥੇ ਤਾਂ ਕੁਝ ਵੀ ਨਹੀਂ ਹੋਇਆ। ਜਥੇਬੰਦੀਆਂ ਅੱਜ ਵੀ ਸਾਡੇ ਨਾਲ ਪੂਰੀਆਂ ਖੜੀਆਂ, ਸਾਡੀਆਂ ਮੀਟਿੰਗਸ ਬਕਾਇਦਾ ਹੁੰਦੀਆਂ, ਸੂਬਾ ਪ੍ਰਧਾਨਾਂ ਨਾਲ ਸਾਡੀਆਂ ਮੀਟਿੰਗਸ ਬਕਾਇਦਾ ਹੁੰਦੀਆਂ, ਸਾਡੀਆਂ ਫੋਨ ਤੇ ਗੱਲਾਂ ਹੁੰਦੀਆਂ। ਇਦਾਂ ਦੀ ਕੋਈ ਦੇਖੋ ਛੋਟੀਆਂ ਮੋਟੀਆਂ ਕਿਤੇ ਗੱਲ ਹੋਣੀ, ਉਹ ਕੋਈ ਘਰ ਹੁੰਦਾ ਨਾ, ਛੋਟਾ ਜਿਹਾ ਘਰ ਹੁੰਦਾ, ਉਹਦੇ 'ਚ ਵੀ 20 ਗੱਲਾਂ ਹੋ ਜਾਂਦੀਆਂ ਹੁੰਦੀਆਂ। ਬਟ ਇਹੋ ਜੀ ਕੋਈ ਗੱਲ ਨਹੀਂ। ਜਥੇਬੰਦੀਆਂ ਸਰ ਅੱਜ ਵੀ ਸਾਡੇ ਨਾਲ ਖੜੀਆਂ। ਅੱਜ ਵੀ ਦੇਖੋ, ਅੱਜ ਉਗਰਾਹਾਂ ਜਥੇਬੰਦੀ ਦਾ ਅੱਜ ਕੇਡਰ ਆਇਆ ਹੋਇਆ ਬੈਠਾ ਸੀਗਾ, ਕੋਈ ਮੇਰੇ ਖਿਆਲ 100 ਬੰਦਾ ਉਹਨਾਂ ਦਾ ਬੈਠਾ ਹੋਊਗਾ ਉੱਥੇ। ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਆ। ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਹੋਈ ਹੈ, ਸਾਰੀਆਂ ਜਥੇਬੰਦੀਆਂ ਨੇ ਪੰਜਾਬ ਦੀਆਂ ਨੇ, ਵੀ ਤੁਹਾਡੀ ਜਿਹੜੀ 11 ਮੈਂਬਰੀ ਕਮੇਟੀ ਆ ਉਹਨੇ ਫੈਸਲਾ ਕਰਨਾ, ਅਸੀਂ ਤੁਹਾਡੇ ਨਾਲ ਆ, ਜੋ ਉਹ ਫੈਸਲਾ ਕਰੂਗੀ ਅਸੀਂ ਉਹ 'ਤੇ ਅਮਲ ਕਰਾਂਗੇ। ਪਰ ਜਿਹੜੇ ਵੱਡੇ ਚਿਹਰੇ ਆ ਪੰਜਾਬ ਦੇ, ਚਾਹੇ ਉਹ ਲੱਖਾ ਸਿਧਾਣਾ ਹੋਣ, ਇੱਥੇ ਭਾਈ ਅੰਮ੍ਰਿਤਪਾਲ ਸਿੰਘ ਵੀ ਸ਼ਾਇਦ ਉਹਨਾਂ ਦੀ ਪਹਿਲੀ ਸਟੇਜ ਹੀ ਇੱਥੇ ਹੁੰਦੀ ਆ, ਜਾਂ ਹੋਰ ਜਿਹੜੇ ਜਥੇਬੰਦੀਆਂ ਦੇ ਨੁਮਾਇੰਦੇ ਆ, ਸੁਰਜੀਤ ਸਿੰਘ ਫੂਲ ਹੋਣ, ਬਲਦੇਵ ਸਿੰਘ ਜੀਰਾ ਹੋਣ, ਜੋਗਿੰਦਰ ਸਿੰਘ ਅਗਰਾਹਾਂ ਹੋਣ, ਜੋ ਵੀ ਵੱਡੇ ਚਿਹਰੇ ਜਿਨ੍ਹਾਂ ਦੇ ਮਗਰ ਬਹੁਤ ਲੋਕ ਆ ਜਾਂਦੇ ਆ, ਉਹਨਾਂ ਦੇ ਨਾਲ ਤੁਸੀਂ ਰਾਬਤਾ ਕਰ ਰਹੇ ਹੋ ਭਾਈ ਆਓ ਹੁਣ ਤਾਂ ਸਾਨੂੰ ਤੁਹਾਡੀ ਲੋੜ ਆ, ਉਹ ਵੀ ਨਹੀਂ ਦਿਖ ਰਹੇ ਇੱਥੇ? ਮੈਂ ਤੁਹਾਨੂੰ ਦੱਸਦਾ ਜੀ ਇਹਦੇ ਬਾਰੇ। ਤੁਸੀਂ ਬਾਈ ਲੱਖਾ ਸਿਧਾਣਾ ਜੀ ਦੀ ਗੱਲ ਕੀਤੀ ਆ, ਮੈਂ ਤੁਹਾਡੇ ਮਾਧਿਅਮ ਰਾਹੀਂ ਬਾਈ ਜੀ ਦਾ ਧੰਨਵਾਦ ਕਰਨਾ ਚਾਹੁੰਦਾ। ਜਦੋਂ ਵੀ ਅਸੀਂ ਉਹਨਾਂ ਨੂੰ ਨਿੱਕੀ ਜਿਹੀ ਆਵਾਜ਼ ਮਾਰੀ ਨਾ, ਬਾਈ ਜੀ ਯਾਰ ਤੂੰ ਰੁਕ, ਮੈਂ ਆ ਗਿਆ, ਪਹਿਲਾਂ ਕਹਿੰਦੇ ਹੁੰਦੇ ਮੈਂ ਆ ਗਿਆ। ਉਹ ਇੱਕ ਇਹੋ ਜਿਹਾ ਚਿਹਰਾ ਵੀ ਜਿਹੜਾ ਪੰਜਾਬ ਦਾ ਦਰਦ ਰੱਖਣ ਵਾਲਾ ਚਿਹਰਾ। ਉਹ ਮੇਰੇ ਹਿਸਾਬ 'ਚ ਹੁਣ ਬਾਈ ਜੀ ਸਾਡੇ ਤੋਂ ਡੇਲੀ ਪੁੱਛਦੇ ਰਹਿੰਦੇ ਆ, ਕਿਤੇ ਨਾ ਕਿਤੇ ਮੈਨੂੰ ਹਫ਼ਤੇ 'ਚ ਅੱਧੀ ਵਾਰੀ ਫੋਨ ਆ ਹੀ ਜਾਂਦਾ ਵੀ ਰੋਮਨ ਕਿਵੇਂ ਆ, ਮੋਰਚਾ ਕਿੱਦਾਂ ਚੱਲ ਰਿਹਾ। ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਵੀ ਬਾਈ ਜੀ ਬਹੁਤ ਛੇਤੀ ਆਉਣਗੇ। ਅਸੀਂ ਜਿੰਨੇ ਵੀ ਪੰਜਾਬ ਦੀਆਂ ਜਥੇਬੰਦੀਆਂ ਸਾਰਿਆਂ ਨੂੰ ਹੀ, ਅਸੀਂ ਸਾਡਾ ਪਰਿਵਾਰ ਆ ਜੀ, ਉਹਨਾਂ ਦੇ ਸਿਰ ਤੇ ਹੀ ਅਸੀਂ ਜਥੇਬੰਦੀਆਂ ਸਿਰ ਤੇ ਹੀ ਮੋਰਚਾ ਏਡਾ ਸਫਲ ਹੋਇਆ ਜੀ। ਸਾਡਾ ਪਰਿਵਾਰ ਆ ਜੀ, ਪਰਿਵਾਰ ਨੂੰ ਦੇ ਵਿੱਚ ਮਾੜੀ ਮੋਟੀ ਨੋਕ ਝੋਕ ਹੁੰਦੀ ਆ, ਉਹ ਸੁਭਾਵਿਕ ਆ ਜੀ। ਪਰ ਕਿਤੇ ਨਾ ਕਿਤੇ ਰੋਮਨ ਇਹ ਨਹੀਂ ਹੋਇਆ, ਜਿਹੜੀ ਸਾਡੇ ਕੋਲੇ ਕਈ ਗੱਲਾਂ ਸਾਡੇ ਕੋਲੇ ਆਈਆਂ ਗਈਆਂ, ਠੀਕ ਆ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਣਾਗਾ ਵੀ ਇੰਟਰਵਿਊ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਪਰ ਸਾਨੂੰ ਲੱਗਦਾਗਾ ਵੀ ਜੇ ਚੀਜ਼ਾਂ ਸਾਹਮਣੇ ਆਉਣਗੀਆਂ, ਵਧੀਆ ਕਲੀਅਰੀਫਾਈ ਹੋਣਗੀਆਂ, ਤਾਂ ਅੱਗੇ ਤੁਸੀਂ ਬਹੁਤ ਬਿਹਤਰ ਤਰੀਕੇ ਨਾਲ ਗਿਲੇ ਸ਼ਿਕਵੇ ਹੋ ਜਾਂਦੇ ਆ। ਕਿਤੇ ਕ੍ਰੈਡਿਟ ਵਾਰ ਦਾ ਚੱਕਰ ਤਾਂ ਨਹੀਂ ਸੀ ਵੀ ਅਸੀਂ ਇਸ ਮੋਰਚੇ ਦੀ ਅਗਵਾਈ ਕਰਨੀ ਆ, ਜਥੇਬੰਦੀਆਂ ਵਾਲੇ ਨਾਮ ਮੂਹਰੇ ਲੱਗਣ, ਇਹੋ ਜਿਹੀ ਗੱਲ ਤਾਂ ਨਹੀਂ ਕੋਈ? ਨਹੀਂ ਬਾਈ ਮੈਂ ਨਾ, ਮੇਰੀ ਗੱਲ ਸੁਣ, ਮੈਂ ਜੇ ਇਸ ਮੋਰਚੇ ਦੇ ਵਿੱਚੋਂ ਸਿੰਪਥੀਆਂ ਲੈਣੀਆਂ ਹੁੰਦੀਆਂ, ਜੇ ਕ੍ਰੈਡਿਟ ਵਾਰ ਲੈਣੀ ਹੁੰਦੀ ਤੇ ਬਹੁਤ ਲੈ ਸਕਦਾ ਸੀ। ਮੈਂ ਹੁਣ ਵੀ ਨਹੀਂ ਕੈਮਰੇ ਮੂਹਰੇ ਬੋਲੂੰਗਾ, ਮੈਂ ਹੁਣ ਵੀ ਨਹੀਂ ਬੋਲੂੰਗਾ ਇਦਾਂ ਦੀ। ਬਈ ਨਹੀਂ ਕੀ ਗੱਲ, ਪਰ ਜਿਹੜੇ ਬੋਲਦੇ ਨਾ ਗਰੁੱਪਾਂ ਦੇ ਵਿੱਚ, ਤੁਸੀਂ ਗਰੁੱਪਾਂ ਦੀ ਗੱਲ ਕੀਤੀ ਆ, ਉਹ ਮੋਰਚੇ ਦੇ ਵਿੱਚ ਇੱਕ ਦਿਨ ਨਹੀਂ ਆਉਂਦੇ। ਉਹ 2-4 ਬੰਦੇ ਹੁੰਦੇ ਆ, ਬਸ ਇੱਕ ਤੀਲੀ ਲਾਉਣ ਵਾਲਾ ਕੰਮ ਹੁੰਦਾ ਹਨਾ। ਬਾਕੀ ਸਾਡਾ ਪਰ ਇਹੋ ਜੀ ਗੱਲ ਵੀ ਸਾਹਮਣੇ ਆਈ ਵੀ ਤੁਸੀਂ ਪੱਤਰਕਾਰਾਂ ਨੂੰ, ਪ੍ਰਿੰਟ ਮੀਡੀਆ ਨੂੰ ਪਿੱਛੇ ਫੋਨ ਕਰਕੇ ਕਹੇ ਵੀ ਫਲਾਣੇ ਬੰਦੇ ਦਾ ਨਾਮ ਪ੍ਰੈਸ ਨੋਟ 'ਚ ਪਾਉਣਾ, ਫਲਾਣੇ ਦਾ ਨਹੀਂ ਪਾਉਣਾ, ਵੀ ਇਹੋ ਜਿਹੀਆਂ ਗੱਲਾਂ ਕਿਉਂ ਯਾਰ? ਜਦੋਂ ਤੁਹਾਨੂੰ ਪਤਾ ਸੀ ਵੀ ਲੋਕਾਂ ਦੇ ਲਈ ਆ, ਵਾਤਾਵਰਨ ਦੇ ਲਈ ਆ, ਇਹ ਸਾਰਾ ਕੁਝ ਸਾਡਾ ਪਰਸਨਲ ਨਹੀਂ। ਕਿਉਂਕਿ ਇੱਥੋਂ ਤੱਕ ਲੋਕਾਂ ਨੇ ਸਵਾਲ ਬਾਅਦ 'ਚ ਕਰਤੇ ਵੀ ਫੈਕਟਰੀ ਕਿਹਨੇ ਲੱਗਣ ਦਿੱਤੀ ਆ, ਫੈਕਟਰੀ ਵੀ ਲੋਕਾਂ ਨੇ ਲੱਗਣ ਦਿੱਤੀ ਆ, ਵੀ ਲੋਕ ਵੱਡੇ ਕਸੂਰਵਾਰ ਨੇ, ਵੀ ਉਸ ਚੀਜ਼ ਨੂੰ ਲੈ ਕੇ ਵੀ ਇਹ ਚੀਜ਼ਾਂ ਫਤਿਹ ਜੀ ਨਹੀਂ ਹੋਣੀਆਂ ਚਾਹੀਦੀਆਂ। ਉਹ ਤੁਸੀਂ ਬਾਈ ਕੀਤੀ ਨਾ ਗੱਲ, ਆਹ ਤੁਸੀਂ ਕਹਿੰਦੇ ਲੋਕਾਂ ਦਾ ਵੀ ਨਾਂ ਲਿਖਿਆ, ਤੁਸੀਂ ਐਂ ਲਿਖਿਆ। ਕੁਝ ਬੰਦੇ ਸੀਗੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਦਫ਼ਤਰ ਬਣਾ ਲਏ ਸੀ। ਯਾਰ ਤੁਸੀਂ ਹੁਣ ਮੇਰੀ ਵੀ ਬਹੁਤ ਹਾਜ਼ਰੀ ਘੱਟ ਆ, ਮੈਂ ਇਹ ਨਹੀਂ ਕਹਿੰਦਾ ਹਨਾ, ਮੈਂ ਆਣ ਕੇ ਕਹਾਂ ਵੀ ਹਾਂ ਤੁਸੀਂ ਮੋਰਚਾ ਆਇਆ ਮੇਰੇ ਸਿਰ ਤੇ ਮਲਾਨਾ ਹਨਾ, ਉਹ ਚੀਜ਼ ਨਹੀਂ ਹੈਗੀ। ਕੁਝ ਬੰਦੇ ਸੀਗੇ ਜਿਹੜੇ ਆਏ ਸੀ ਬਸ ਵੀ ਮਤਲਬ ਇੱਕ ਕ੍ਰੈਡਿਟ ਦੇ ਵਾਸਤੇ, ਪਰ ਉਹਨਾਂ ਦਾ ਤਾਂ ਉੱਥੇ ਦਾਲ ਫੁਲਕਾ ਨਹੀਂ ਚੱਲ ਸਕਿਆ, ਨਹੀਂ ਚੱਲਿਆ ਹਨਾ, ਉਹ ਚੀਜ਼ ਸੀਗੀ। ਅਸੀਂ ਨਹੀਂ ਬਾਈ, ਮੈਂ ਇਦਾਂ ਦੀਆਂ ਗੱਲਾਂ ਨਹੀਂ ਕਹਿਣਾ ਚਾਹੁੰਦਾ, ਨਹੀਂ ਕਰਨਾ ਚਾਹੁੰਦਾ। ਮੇਰਾ ਜੇ ਫੋਕਸ ਆ ਇਕੱਲਾ ਇੱਕ ਹੀ ਟੌਪਿਕ ਆ, ਉਹ ਸ਼ਰਾਬ ਫੈਕਟਰੀ ਆ। ਮੋਰਚਾ ਫਤਿਹ ਹੋ ਲੈਣ ਤੋਂ ਇੱਕ ਚੀਜ਼ ਤੇ ਜੋ ਵੀ ਗੱਲ ਕਰਾਂਗੇ ਆਪਾਂ ਖੁੱਲੀ ਡਿਬੇਟ ਕਰ ਲਾਂਗੇ ਹਨਾ। ਮੋਰਚੇ ਤੇ ਇੱਕ ਸ਼ਰਾਬ ਫੈਕਟਰੀ ਤੇ ਆ, ਸ਼ਰਾਬ ਫੈਕਟਰੀ ਤੇ ਹੀ ਮੁੱਦਾ। ਅਸੀਂ ਗੁਰੂ ਸਾਹਿਬ ਦੀ ਹਜ਼ੂਰੀ ਚੋਂ, ਮੈਂ ਖੁਦ ਆਪ ਵੀ ਸਹੁੰ ਖਾਧੀ ਆ ਜੀ, ਮੈਂ ਆਪ ਸਹੁੰ ਖਾ ਕੇ ਸਾਰੀ ਸੰਗਤ ਨੇ ਸਹੁੰ ਖਾਧੀ ਆ, ਚੱਲੇ ਹੋਏ ਆ।
ਅਸੀਂ ਮਰ ਜਾਾਂਗੇ, ਪਿੱਛੇ ਨਹੀਂ ਹਟਦੇ। ਅਸੀਂ ਮੈਂ ਉਹੀ ਕਹਿੰਦਾ ਸਾਰੇ ਸਾਡਾ ਪਰਿਵਾਰ ਆ ਜੀ। ਅਸੀਂ ਪਰਿਵਾਰ ਦੇ ਵਿੱਚ ਮਾੜੀ ਮੋਟੀ ਨੋਕ ਝੋਕ ਹੁੰਦੀ ਆ, ਉਹ ਅਸੀਂ ਬੈਠ ਕੇ ਸੁਲਝਾ ਦਾਂਗੇ। ਪਰ ਜੇ ਸਾਡਾ ਹੁਣ ਜੇ ਮੇਨ ਫੋਕਸ ਫੈਕਟਰੀ ਦੇ ਉੱਤੇ ਆ ਤੇ ਬਹੁਤ ਜਲਦੀ ਜਿਵੇਂ ਹੁਣ ਬਾਬਾ ਜੀ ਦੀ ਬਰਸੀ ਚੱਲ ਰਹੀ ਹੈ, ਬਾਬਾ ਭਗਤ ਸਿੰਘ ਚੰਦ ਦੀ ਸਾਡੇ ਪਿੰਡ, ਉਹ ਬਰਸੀ ਤੋਂ ਬਾਅਦ ਮੈਂ ਜਿਵੇਂ ਪਹਿਲਾਂ ਐਕਟਿਵ ਸੀਗਾ ਉਦੋਂ ਦੁੱਗਣਾ ਐਕਟਿਵ ਹੋਊਂਗਾ ਜੀ। ਫਤਿਹ ਜੀ, ਤੁਹਾਡਾ ਕੀ ਕਹਿਣਾਗਾ? ਤੁਸੀਂ ਕਿਵੇਂ ਇਹ ਸਾਰੀ ਚੀਜ਼ ਨੂੰ? ਸਰ ਦੇਖੋ, ਮੈਂ ਤਾਂ ਇਹ ਗੱਲ ਕਹਿਣਾ ਚਾਹੁੰਦਾ ਵੀ ਦੇਖੋ, ਜਦੋਂ ਐਡਾ ਵੱਡਾ ਕੋਈ ਇਕੱਠ ਹੁੰਦਾ ਜਾਂ ਕੋਈ ਮੋਰਚਾ ਲੱਗਦਾ, ਉਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੰਦੇ ਹੀ ਸਹੀ, ਕੁਝ ਨੈਗੇਟਿਵ ਬੰਦੇ ਵੀ ਹੁੰਦੇ ਆ, ਕਈਆਂ ਨੂੰ ਨਹੀਂ ਚੀਜ਼ਾਂ ਪਸੰਦ ਆਉਂਦੀਆਂ। ਦਿੱਲੀ ਮੋਰਚੇ ਤੁਸੀਂ ਵੀ ਜਾਂਦੇ ਰਹੇ, ਮੈਂ ਵੇਖਿਆ ਬਹੁਤ ਕੁਝ ਹੁੰਦਾ ਰਿਹਾ। ਇੱਥੇ ਤਾਂ ਕੁਝ ਵੀ ਨਹੀਂ ਹੋਇਆਗਾ। ਸਾਡੇ ਮੋਰਚੇ ਦੇ ਵਿੱਚ ਇੱਕ ਵੀ ਅੱਜ ਤੱਕ ਲੜਾਈ ਨਹੀਂ ਹੋਈਗੀ, ਗੁਰੂ ਮਹਾਰਾਜ ਦੀ ਇੰਨੀ ਕਿਰਪਾ ਕਰਕੇ। ਠੀਕ ਆ, ਚਲੋ ਮਾੜੀ ਮੋਟੀ ਬਹਿਸ ਬਸਈਆ ਕਿਸੇ ਦਾ ਹੋਇਆ ਹੋਊਗਾ। ਦੇਖੋ, ਕੁਝ ਨੈਗੇਟਿਵ ਬੰਦੇ ਵੀ ਹੁੰਦੇ ਆ ਜਿਹੜੀ ਇਹੋ ਜਿਹੇ ਰਿਊਮਰਸ ਫੈਲਾਉਂਦੇ ਆ, ਅਫਵਾਹਾਂ ਫੈਲਾਉਂਦੇ ਆ ਜੀ ਫਲਾਨਾ ਜੀ ਐ ਫਲਾਨਾ ਜੀ ਐ। ਦੇਖੋ, ਇੱਥੇ ਨਾ ਤਾਂ ਕੋਈ ਕ੍ਰੈਡਿਟ ਵਾਰ ਆ। ਮੈਂ ਖੁਦ ਦੇਖੋ, ਤੁਹਾਨੂੰ ਪਤਾ ਜੀ 7 ਦਿਨ ਜੇਲ੍ਹ ਕੱਟ ਕੇ ਆਏ ਆ। ਅਸੀਂ ਕਿਉਂ ਕਿਸੇ ਨਾਲ ਸੰਧੀ ਕਰਾਂਗੇ? ਅਸੀਂ ਤਾਂ ਜੇਲ੍ਹਾਂ ਕੱਟ ਕੇ ਆਏ ਆ। ਫਿਰ ਅਸੀਂ ਇੱਥੇ ਬਹੁਤ ਕਿੰਨੇ ਟਾਈਮ ਦੇ ਅਸੀਂ ਬੈਠੇ ਹੋਏ ਆ, ਇਸੇ ਪਿੰਡ ਦੇ ਮੈਂਬਰ ਆ। ਅਸੀਂ ਤਾਂ ਜਿੰਨਾ ਜ਼ੋਰ ਲਾਈ ਜਾਂਦੇ ਆ ਵੀ ਪੱਟੀ ਜਾਵੇ ਕਿਸੇ ਹਿਸਾਬ ਨਾਲ। ਸਾਡੇ ਲਈ ਤਾਂ ਇਹ ਗਰੋਹ ਆ। ਜੇ ਨਾ ਪੱਟੀ ਜਾਂਦੀ ਅਸੀਂ ਤਾਂ ਮਾਰੇ ਗਏ ਸੀਗੇ। ਸਾਡਾ ਇਕੱਲਾ ਰਟੌਲ ਪਿੰਡ ਨਹੀਂ, ਮਸੂਰਵਾਲ ਵੀ ਨਾਲ ਜਾਂਦਾ, ਮਈਆਂ ਵਾਲਾ ਇਹਨਾਂ ਦਾ ਪਿੰਡ ਜਾਂਦਾ, ਸਨੇਰ ਪਿੰਡ ਵੀ ਜਾਂਦਾ, ਸਾਰੇ ਪਿੰਡ ਤਬਾਹ ਹੋ ਜਾਣੇ ਸੀਗੇ। ਅਸੀਂ ਤਾਂ ਦੇਖੋ ਪੂਰੀ ਆਪਦੀ ਜਾਨ ਲਾ ਰਹੇ ਆ, ਕਿਸੇ ਹਿਸਾਬ ਨਾਲ ਕੋਈ ਕਮੀ ਨਾ ਰਹਿ ਜੇ ਕਿਤੇ। ਐਵੇਂ ਅਸੀਂ ਇਸ ਗੱਲ ਤੋਂ ਬਹੁਤ ਡਰਦੇ ਆ ਵੀ ਸਰਕਾਰ ਕਿਤੇ ਚਲਾਕੀ ਨਾ ਖੇਡ ਜੇ ਕਿਤੇ। ਅੱਜ ਸਾਡਾ ਬੈਠਣ ਦਾ ਇਹੀ ਕਾਰਨ ਹੈ, ਸਰਕਾਰ ਚਲਾਕੀ ਨਾ ਖੇਡ ਜੇ ਕਿਤੇ। ਬਿਆਨ ਦੇ ਕੇ ਸਰਕਾਰ ਬਾਅਦ ਅਸੀਂ ਉੱਠ ਖੜੀਏ, ਬਾਅਦ 'ਚ ਸਰਕਾਰ ਅਸੀਂ ਕਹਿੰਦੇ ਸੀ ਕੋਈ ਇਹੋ ਜਿਹੀ ਕੋਈ ਗਤੀਵਿਧੀ ਨਹੀਂ ਕਰਨੀ ਗਲਤ ਵੀ ਕੀ ਕਹਿੰਦੇ ਅਸੀਂ ਕਿਤੇ ਬਾਅਦ 'ਚ ਫਸ ਜਾਈਏ। ਕਿਉਂਕਿ ਮੋਰਚਾ ਦੇਖੋ 8ਵੇਂ ਮਹੀਨੇ 'ਚ ਸਰ ਸਾਡਾ ਪਹੁੰਚ ਚੁੱਕਾ ਜੀ। ਮਿਹਨਤ ਸਾਡੀ ਸ਼ੁਰੂ ਤੋਂ ਲੈ ਕੇ ਬਹੁਤ ਜ਼ਿਆਦਾ। ਅਸੀਂ ਕਹਿੰਦੇ ਜਿੰਨਾ ਤੱਕ ਇਹ ਬੈਟਲ ਪੂਰੀ ਤਰ੍ਹਾਂ ਜਿੱਤੀ ਨਹੀਂ ਜਾਂਦੀ ਉਹਨਾਂ ਚਿਰ ਨਹੀਂ ਉੱਠਣਾਗਾ। ਅਸੀਂ ਸਰਕਾਰ ਤੇ ਅੱਜ ਵੀ 100% ਟਰਸਟ ਨਹੀਂ ਕਰਦੇਗੇ। ਸਰਕਾਰ ਦੇ ਤਾਂ ਬਿਆਨ ਹੈ ਜਾਂ ਸਰਕਾਰ ਲਿਖ ਕੇ ਦੇ ਦੇ। ਸਰਕਾਰ ਆਪਣੇ ਦੇਖੋ, ਸਰਕਾਰ ਦਾ ਜਿਹੜਾ ਸਾਰਾ ਰਿਕਾਰਡ ਗਜਟ 'ਚ ਆਉਂਦਾ ਹੁੰਦਾ। ਸਰਕਾਰ ਗਜਟ 'ਚ ਨੋਟੀਫਿਕੇਸ਼ਨ ਕੱਢੇ, ਮਾਲਬਰੋਸ ਕੰਪਨੀ ਸੀਲ ਕੀਤੀ ਗਈ ਆ, ਬਲੈਕਲਿਸਟ ਕਰ ਦਿੱਤੀ ਗਈ ਆ, ਅੱਜ ਤੋਂ ਬਾਅਦ ਇਲਾਕੇ 'ਚ ਨਹੀਂ ਚੱਲਦੀਗੀ। ਫਿਰ ਅਸੀਂ ਵਿਚਾਰ ਕਰੀਏ। ਪਰ ਬਹੁਤ ਲੋਕ ਇਹ ਕਹਿੰਦੇ ਆ ਵੀ ਨਿਆਣੇ ਜਵਾਕ ਮੂਹਰੇ ਲੱਗੇ ਹੋਏ ਸੀ, ਜਥੇਬੰਦੀਆਂ ਦੇ ਲੋਕ ਕਹਿ ਰਹੇ ਆ ਵੀ ਸਰਕਾਰ ਨੇ ਆਪਦੇ ਹਿਸਾਬ ਦੇ ਨਾਲ ਪਲੋਸ ਲਏ ਤੇ ਉਹ ਪਲੋਸੇ ਦੇ ਵਿੱਚ ਆ ਗਏ। ਇਹ ਜਾਂ ਮਤਲਬ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਉਹ ਕੌਨਫੀਡੈਂਸ ਦੇ ਵਿੱਚ ਆ ਗਏ? ਨਹੀਂ ਸਰ, ਇਦਾਂ ਇੱਕ ਮਿੰਟ, ਇਦਾਂ ਦੀ ਕੋਈ ਗੱਲ ਨਹੀਂ ਕਿ ਨਿਆਣੇ ਜਵਾਕ ਜਿਹੜੇ ਇਹ ਗੱਲ ਕਹਿੰਦੇ ਆ। ਤੇ ਨਿਆਣੇ ਜਵਾਕ ਦਾ ਧਰਨਾ ਤਾਂ ਅੱਜ ਵੀ ਚੱਲਦਾ। ਫਿਰ ਜੇ ਤੂੰ ਨਿਆਣੇ ਜਵਾਕ ਹੀ ਸਾਨੂੰ ਕਹਿੰਦੇ ਆ ਕੋਈ ਜਾਂ ਕਿਸੇ ਨੂੰ ਵੀ ਕਹਿੰਦਾ ਧਰਨਾ, ਤਾਂ ਫਿਰ 8ਵੇਂ ਮਹੀਨੇ 'ਚ ਕਿਵੇਂ ਚੱਲੀ ਜਾਂਦਾ? ਦੇਖੋ 8 ਮਹੀਨੇ ਧਰਨਾ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾਗਾ। ਠੀਕ ਹੈ ਨਾ? ਅੱਜ ਵੀ ਚੱਲਦਾ, ਫਿਰ ਉਹ ਕਿਵੇਂ ਚੱਲੀ ਜਾਂਦਾ? ਚੱਲਦਾ ਤਾਂ ਰੱਬ ਆਸਰੇ ਹੀ ਆ। ਉਹ ਜਿਹਨੇ ਕਹਿਣਾ ਜੀ ਕੋਈ ਮੰਦਾ ਚੰਗਾ ਕਹੀ ਜਾਵੇ, ਸਾਨੂੰ ਉਸ ਗੱਲ ਨਾਲ ਕੋਈ ਫਰਕ ਨਹੀਂਗਾ। ਸਾਡਾ ਮੇਨ ਫੋਕਸ ਹੈਗਾ ਜੀ ਇਹ ਕਿਸੇ ਹਿਸਾਬ ਨਾਲ ਬੈਟਲ ਅਸੀਂ ਜਿੱਤਣੀ ਆ, ਅਸੀਂ ਹਾਰਨੀ ਨਹੀਂ। ਅਸੀਂ ਐਗਜ਼ਾਮਪਲ ਸੈੱਟ ਕਰਨੀ ਆ। ਇਹੋ ਜਿਹੀਆਂ ਰੈੱਡ ਇੰਡਸਟਰੀਆਂ ਪੰਜਾਬ 'ਚੋਂ ਬੰਦ ਹੋਣੀਆਂ ਚਾਹੀਦੀਆਂ, ਕਿਉਂਕਿ ਇਸ ਇੰਡਸਟਰੀ ਨੇ ਸਾਡੇ ਇਲਾਕੇ 'ਚ ਇੰਨੀ ਤਬਾਹੀ ਮਚਾਈ ਆ, ਜੇ ਮੈਂ ਤੁਹਾਨੂੰ ਦੱਸਣ ਵੀ ਲੱਗ ਜਾ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ। ਲੋਕ ਮਰੇ ਆ, ਪਸ਼ੂ ਮਰੇ ਆ, ਇਨਵਾਇਰਨਮੈਂਟ ਸਾਡਾ ਟੋਟਲੀ ਖਰਾਬ ਹੋ ਗਿਆ, ਸਾਡਾ ਅੰਡਰਗਰਾਊਂਡ ਵਾਟਰ ਖਰਾਬ ਹੋ ਗਿਆ, ਸਾਡੀ ਮਿੱਟੀ ਖਰਾਬ ਹੋ ਗਈ। ਜਦੋਂ ਦਾ ਮੁੱਖ ਮੰਤਰੀ ਦਾ ਬਿਆਨ ਆਏਗਾ ਉਦੋਂ ਬਾਅਦ ਤੁਸੀਂ ਆਪਦੇ ਨਿੱਜੀ ਤੌਰ ਦੇ ਉੱਤੇ ਜਿਹੜੀ ਤੁਹਾਡੀ ਧਰਨੇ ਦੀ ਕਮੇਟੀ ਬਣੀ ਹੋਈ ਆ, ਤੁਸੀਂ ਕਿਸੇ ਐਮਐਲਏ ਨੂੰ, ਕਿਸੇ ਪ੍ਰਸ਼ਾਸਨਿਕ ਅਧਿਕਾਰੀ ਐਸਪੀ ਨੂੰ ਜਾਂ ਡੀਸੀ ਸਾਹਿਬ ਨੂੰ, ਕਿਸੇ ਨੂੰ ਉਸ ਹਿਸਾਬ ਨਾਲ ਵੀ ਲਿਖਤ ਉਹ ਕਿੱਥੇ ਆ? ਨੋਟੀਫਿਕੇਸ਼ਨ ਕਿੱਥੇ ਆ? ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਕੇ ਆਏ ਸੀਗੇ। ਡੀਸੀ ਸਾਹਿਬ ਨਾਲ ਅਸੀਂ ਕਿਹਾ ਵੀ ਡੀ ਸਾਹਿਬ ਮੰਗ ਪੱਤਰ ਵੀ ਬੰਦ ਕਰੋ। ਉਹ ਆਂਦੇ ਵੀ ਦੇਖੋ ਜੀ ਸੀਐਮ ਸਾਹਿਬ ਦਾ ਬਿਆਨ ਆ ਗਿਆ। ਮੈਂ ਕਿਹਾ ਜੀ ਸੀਐਮ ਸਾਹਿਬ ਦਾ ਬਿਆਨ ਦੇ ਕੇ ਮੁੱਕਰ ਜਾਣਗੇ ਫੇਰ? ਆਂਦੇ ਇਦਾਂ ਥੋੜੇ ਹੁੰਦਾ। ਮੈਂ ਕਿਹਾ ਤੁਸੀਂ ਲਿਖਤੀ ਰੂਪ ਦਿਓ। ਆਂਦੇ ਕੋਈ ਨਹੀਂ ਦਿੰਨੇ ਆ ਜੀ। ਉਹ ਵੀ ਮਤਲਬ ਜਗ੍ਹਾ ਤਾਂ ਕਈਆਂ ਕਰਦੇ ਰਹੇ ਸੀਗੇ ਬਈ ਤੁਸੀਂ ਨਾ ਗੱਲ ਆਪਾਂ ਫੇਰ ਮੋੜ ਘੋੜ ਕੇ ਉਹੀ ਗੱਲ ਆ ਜਾਂਦੀ ਆ ਵੀ ਨੌਜਵਾਨੀ, ਪੰਜਾਬ ਦੀ ਨੌਜਵਾਨੀ ਨੂੰ ਹਮੇਸ਼ਾ ਹੀ ਭੰਡਿਆ ਗਿਆ। ਚਾਹੇ ਉਹ ਜੇ ਪੰਜਾਬ ਦੀ ਨੌਜਵਾਨੀ ਆਪਦੇ ਹੱਕਾਂ ਦੀ ਗੱਲ ਕਰਦੀ ਆ, ਹਕੂਕਾਂ ਦੀ ਗੱਲ ਕਰਦੀ ਆ, ਤੇ ਕਹਿਣਗੇ ਵੱਖਵਾਦੀ ਆ, ਅੱਤਵਾਦੀ ਆ। ਜੇ ਪੰਜਾਬ ਦੇ ਨੌਜਵਾਨੀ ਪੜ੍ਹਿਆ ਲਿਖਿਆ ਪੰਜਾਬ ਦਾ ਨੌਜਵਾਨ ਕੋਈ ਬੇਰੁਜ਼ਗਾਰ ਹੋ ਜਾਵੇ, ਕਿਤੇ ਮਾੜੀ ਸੰਗਤ ਵਿੱਚ ਵੜ ਜਾਵੇ, ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਬਣਾ ਦਿੰਦੇ ਨੇ। ਪਰ ਨਸ਼ੇੜੀ ਬਣਾਉਂਦਾ ਕੌਣ ਆ? ਆ ਸਰਕਾਰਾਂ ਹੀ ਬਣਾਉਂਦੀਆਂ। ਨਸ਼ੇ ਕਿਵੇਂ ਵਿਕਦੇ ਨੇ? ਸਰਕਾਰਾਂ ਹੀ ਮੁਕਾਉਂਦੀਆਂ। ਪੰਜਾਬ ਦੀ ਹੁਣ ਅਸੀਂ ਧਰਨਾ ਲਾਇਆ, ਹੁਣ ਧਰਨਾ ਲੱਗਾ, ਮੂਹਰੇ ਹੋ ਕੇ ਅਗਵਾਈ ਕੀਤੀ ਆ। ਇਹ ਧਰਨੇ ਦੀ ਜਿੱਤ ਉਹਨਾਂ ਦੀ ਜਿੱਤ ਆ ਜਿਹੜੇ ਉੱਥੇ ਭਾਂਡੇ ਮਾਂਜਦੇ ਰਹੇ ਆ, ਉਹਨਾਂ ਦੀ ਜਿੱਤ ਆ ਜਿਹੜੇ ਉੱਥੇ ਝਾੜੂ ਮਾਰਦੇ ਰਹੇ ਆ, ਉਹਨਾਂ ਦੀ ਜਿੱਤ ਆ ਇਹ ਜਿਹੜੇ ਉੱਥੋਂ ਦੇ ਮਤਲਬ ਨਿੱਕੇ ਕੰਮ ਕਰ ਰਹੇ ਜਿਹੜੇ ਵੀ ਅੱਜ ਤੱਕ ਉਹਨਾਂ ਨੇ ਕਿਹਾ ਨਹੀਂ। ਅਸੀਂ ਮੂਹਰੇ ਆਏ ਆ ਜੀ, ਅਸੀਂ ਮੂਹਰੇ ਆਏ ਤਾਂ ਸਾਨੂੰ ਬਦਨਾਮ ਕੀਤਾ ਜਾ ਰਿਹਾ ਵੀ ਇਹ ਨੌਜਵਾਨੀ ਆ। ਕਿਉਂ? ਅਸੀਂ ਜੇ ਨੌਜਵਾਨੀ ਨੇ ਆਪਣੇ ਪੰਜਾਬ ਦਾ ਮੁੱਦਾ ਚੱਕਿਆ, ਕਿਉਂ ਮਾੜਾ ਚੱਕਿਆ? ਹੁਣ ਤੁਹਾਡੇ ਇਲਾਕੇ ਦੇ ਜਿਹੜੇ ਡੀਸੀ ਨੇ ਜਾਂ ਜਿਹੜੇ ਅਧਿਕਾਰੀ ਨੇ ਹੋਰ, ਉਹ ਕੀ ਕਹਿੰਦੇ ਨੇ ਵੀ ਨੋਟੀਫਿਕੇਸ਼ਨ ਕਦੋਂ ਤੱਕ ਆਊਗਾ? ਸਰ ਦੇਖੋ, ਸਾਡੀ ਮੈਨੂੰ ਲੱਗਦਾ 1-2 ਮੀਟਿੰਗਾਂ ਉਹਨਾਂ ਨਾਲ ਹੋਈਆਂ ਡੀਸੀ ਸਾਹਿਬ ਨਾਲ। ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਵੀ ਸਾਨੂੰ ਨੋਟੀਫਿਕੇਸ਼ਨ ਕਰੋ ਜੀ, ਨੋਟੀਫਿਕੇਸ਼ਨ ਨੂੰ ਅਸੀਂ ਮੰਨਾਂਗੇ।
ਉਸ ਤੋਂ ਬਗੈਰ ਸਾਡਾ ਧਰਨਾ ਚੱਲ ਰਿਹਾ ਜੀ, ਚੱਲੀ ਜਾਊਗਾ। ਇਹ ਜਦੋਂ ਵੀ ਸਾਡਾ ਚਲੋ ਮੰਨ ਕੇ ਚਲੋ ਕਿਸੇ ਵੀ ਅਫਸਰ ਨਾਲ, ਹੁਣ ਤਾਂ ਸਾਡੀਆਂ ਮੀਟਿੰਗਾਂ ਹੁੰਦੀਆਂ ਨਹੀਂ ਗੀਆਂ, ਐਵੇਂ ਮੈਂ ਤੁਹਾਨੂੰ ਕਹੀ ਜਾਵਾਂ। ਡੀਸੀ ਸਾਹਿਬ ਨਾਲ ਹੋਈ ਸੀਗੀ ਇੱਕ ਮੀਟਿੰਗ, ਤੇ ਉਹਨਾਂ ਨੂੰ ਇਹੀ ਕਹੀ ਸੀਗੀ ਗੱਲ ਵੀ ਸਰ ਨੋਟੀਫਿਕੇਸ਼ਨ ਸਰਕਾਰ ਕਰੇ ਜੀ, ਨੋਟੀਫਿਕੇਸ਼ਨ ਤੋਂ ਬਗੈਰ ਸਾਡੇ ਕਿਸੇ ਬੰਦੇ ਨੇ ਵੀ ਨਹੀਂ ਮੰਨਣਾਗਾ, ਨਾ ਕੋਈ ਮੰਨਦਾ ਜੀ। ਹੁਣ ਜਿਹੜਾ ਦੂਜਾ ਪੱਖ ਆ, ਜਿਹੜਾ ਅਦਾਲਤ ਵਾਲਾ ਪੱਖ ਆ, ਜਿਹੜੇ ਲੋਕ ਕਹਿ ਰਹੇ ਵੀ ਮਾਮਲੇ ਅਦਾਲਤ ਦੇ ਵਿੱਚ ਚਲਾ ਗਿਆ, ਸਰਕਾਰ ਦੇ ਹੱਥ ਵਾਸੀ ਨਹੀਂ ਕੁਛ, ਸਰਕਾਰ ਨੇ ਤਾਂ ਬਸ ਬਿਆਨ ਦੇਤਾ, ਮੁੱਖ ਮੰਤਰੀ ਦਾ ਬਿਆਨ ਆ ਗਿਆ, ਉਸ ਪੱਖ ਨੂੰ ਤੁਸੀਂ ਕਿਵੇਂ ਦੇਖਦੇ ਹੋ? ਐਡਵੋਕੇਟ ਜਨਰਲ ਕਾਦੇ ਵਾਸਤੇ ਆ? ਏਜੀ ਕਾਦੇ ਵਾਸਤੇ ਆ? ਪੰਜਾਬ ਦੇ ਮੁੱਦਿਆਂ ਦੇ ਚੱਕਣ ਵਾਸਤੇ ਆ। ਸਰਕਾਰ ਕਾਦੇ ਵਾਸਤੇ ਆ? ਸਰਕਾਰ ਜੇ ਬਣੀ ਆ ਪੰਜਾਬ ਦਾ ਮੁੱਦਾ ਚੱਕਣਾ ਤੇ ਚੱਕੇ ਉੱਥੇ ਕੋਰਟ 'ਚ ਜਾਵੇ। ਚੰਗੀ ਜਿਹੜੇ ਐਡਵੋਕੇਟ ਜਨਰਲ ਏਡੀਆਂ ਤਨਖਾਹਾਂ ਲੈਂਦਾ ਕਾਦੇ ਵਾਸਤੇ ਉਹ ਹੈਗਾ? ਸਰਕਾਰ ਕਹੇ ਦਲੀਲਾਂ ਦਵੇ ਵੀ ਉੱਥੇ ਜੀ ਦੇਖੋ ਕਤਲ ਹੋਏ ਆ ਬਿਮਾਰੀਆਂ ਦੇ ਰੂਪ 'ਚ, ਮਾਲਬਰੋ ਸ਼ਰਾਬ ਫੈਕਟਰੀ ਨੇ ਜਿਹਦੇ ਦੇ ਵਿੱਚ ਕਤਲ ਕੀਤੇ ਆ, ਦੱਸੇ ਹਾਈ ਕੋਰਟ ਨੂੰ, ਮਾਨਯੋਗ ਹਾਈ ਕੋਰਟ ਨੂੰ। ਇਹ ਦੱਸ ਨਹੀਂ ਰਹੇ, ਬੈਕਫੁੱਟ ਤੇ ਹੋ ਰਹੇ ਆ। ਇਹ ਦਿੱਲੀ ਤੋਂ ਚੱਲ ਰਹੀ ਹੈ ਸਰਕਾਰ, ਪਰ ਅਸੀਂ ਇਹਨੂੰ ਸੀਐਮ ਸਾਹਿਬ ਨੂੰ ਕਹਿੰਦੇ ਆ, ਪੰਜਾਬ ਨੇ ਹਮੇਸ਼ਾ ਹੀ ਦਿੱਲੀ ਦੀ ਨਹੀਂ ਮੰਨੀ, ਪੰਜਾਬ ਨੇ ਆਪ ਦੀ ਚਲਾਈ ਆ ਤੇ ਪੰਜਾਬ ਆਪ ਦੀ ਚਲਾਊਗਾ। ਅੱਜ ਜੀਰੇ ਦੇ ਵਿੱਚ ਮੋਰਚਾ ਲੱਗਾ, ਇਹ ਮੋਰਚਾ ਉਦੋਂ ਤੱਕ ਚੱਲੂਗਾ। 2-3 ਤਰੀਕੇ ਨਾਲ ਤੁਸੀਂ ਬੰਦ ਕਰ ਸਕਦੇ ਹੋ, ਤਰੀਕੇ ਮੈਂ ਦੱਸ ਦਿੰਦਾ। ਇਹ ਸਰਕਾਰ ਅਨਪੜ੍ਹਾਂ ਦੀ ਸਰਕਾਰ ਆ। ਫਿਰ ਇਹਨਾਂ ਕੋਲੇ ਡਿਗਰੀਆਂ ਹੋਣਗੀਆਂ, ਵੱਡੇ ਵੱਡੇ ਸਰਟੀਫਿਕੇਟ ਹੋਣਗੇ, PhDਆਂ ਕੀਤੀਆਂ ਹੋਣਗੀਆਂ ਮੰਤਰੀਆਂ ਨੇ ਇਹਨਾਂ ਨੇ, ਪਰ ਇਹ ਅਨਪੜ੍ਹਾਂ ਦੀ ਆ। ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਸ਼ਰਾਬ ਫੈਕਟਰੀ ਬੰਦ ਕਿਵੇਂ ਕਰਨੀ ਆ, ਕਿਵੇਂ। ਅਸੀਂ ਦੱਸ ਦਿੰਨੇ ਆ, ਸਾਡੇ ਪਿੰਡਾਂ ਦੇ ਲੋਕਾਂ ਨੇ, ਆ ਜਿਹੜੇ ਜਿੱਥੇ ਲੋਕ ਬੈਠੇ ਨੇ, ਜਥੇਬੰਦੀਆਂ ਦੇ ਲੋਕ ਬੈਠੇ ਨੇ, ਇਹਨਾਂ ਨੇ ਕੋਲੇ ਡਿਗਰੀਆਂ ਨਹੀਂ ਕੋਈ ਹੈਗੀਆਂ, ਇਹਨਾਂ ਕੋਲੇ ਡਿਗਰੀਆਂ ਹੈਗੀਆਂ ਧਰਨਿਆਂ ਦੀਆਂ। ਆ ਜਾਓ ਤੁਸੀਂ, ਤੁਹਾਨੂੰ ਦੱਸਦੇ ਆ ਕਿਵੇਂ ਬੰਦ ਕਰਨੀ ਆ। 2-3 ਤਰੀਕੇ ਆ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਬਿਆਨ ਦਿੱਤਾ, ਉਹ ਬਿਆਨ ਨੂੰ ਲਿਖਤੀ ਰੂਪ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਲਿਖ ਕੇ ਭਗਵੰਤ ਮਾਨ ਜੀ ਸਾਈਨ ਕਰ ਦੇਣ। ਆਹ ਸੈਸ਼ਨ ਚੱਲ ਰਿਹਾ ਵਿਧਾਨ ਸਭਾ ਸੈਸ਼ਨ, ਆਹ ਸੈਸ਼ਨ ਦੇ ਵਿੱਚ ਕਰਨਗਾ ਪ੍ਰਸਤਾਵ ਪਾਸ, ਮਤਾ ਪਾਉਣ ਉੱਤੇ ਵੀ ਜੀਰਾ ਸ਼ਰਾਬ ਫੈਕਟਰੀ ਐਂ ਕਰਕੇ ਹਵਾ ਪਾਣੀ ਨੂੰ ਪੋਲਿਊਟ ਕਰ ਰਹੀ ਸੀਗੀ, ਅਸੀਂ ਉਹਨੂੰ ਤੁਰੰਤ ਪ੍ਰਭਾਵ ਤੇ ਬੰਦ ਕਰਦੇ ਆ। ਮਾਨਯੋਗ ਮੁੱਖ ਮੰਤਰੀ ਸਾਹਿਬ ਅਮਿਤ ਹੇਰ ਜੀ ਕਿੱਥੇ ਨੇ? ਉਹ ਮੰਤਰੀ ਸਾਹਿਬ ਇੱਕ ਵੀ ਜੀਰਾ ਸ਼ਰਾਬ ਫੈਕਟਰੀ ਦੇ ਉੱਤੇ ਇੱਕ ਸਿੰਗਲ ਬਿਆਨ ਨਹੀਂ ਆਉਂਦਾ। ਮੰਤਰੀ ਸਾਹਿਬ ਵਾਤਾਵਰਨ ਮੰਤਰੀ ਨੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਜੀਰੇ ਦੇ ਵਿੱਚ ਮੰਤਰੀ ਵਾਤਾਵਰਨ ਖਰਾਬ ਹੋ ਰਿਹਾ। ਉਹ ਕਹਿਣ ਆਪਦੇ ਡਿਪਾਰਟਮੈਂਟ ਨੂੰ ਹੁਕਮ ਕਰਨ ਵੀ ਲਿਖ ਕੇ ਦਿਓ ਜੀ ਉੱਥੇ ਜਿਹੜੀ ਸਹੀ ਸੀਲ ਕਰਕੇ ਉਹ ਬਲੈਕ ਲਿਸਟ ਕਰਕੇ ਉਹ ਫੈਕਟਰੀ ਇਹ ਮਤਲਬ ਉਹੀ ਆ ਜੀ। ਮੈਂ ਫਿਰ ਕਹਿੰਦਾ ਇਹ ਅਨਪੜ੍ਹਾਂ ਦੀ ਸਰਕਾਰ ਆ। ਇਹਨਾਂ ਕੋਲ ਡਿਗਰੀਆਂ ਹੋਣਗੀਆਂ, PhD ਕੀਤੀਆਂ ਹੋਣਗੀਆਂ, MA MPhil ਬਹੁਤ ਕੁਝ ਕੀਤਾ ਹੋਊਗਾ, ਡਾਕਟਰ ਹੋਣਗੇ ਇਹਨਾਂ ਦੇ ਵਿੱਚ, ਪਰ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਇਹ ਇੱਕ ਖਾਲੀ ਬੱਸ ਆ, ਬੱਸ ਦੇ ਵਿੱਚ ਸਾਰੇ ਹੀ ਡਰਾਈਵਰ ਆ, ਸਾਰੇ ਹੀ ਬੈਠੇ ਆ, ਗੱਡੀ ਕਿਸੇ ਨੂੰ ਚਲਾਉਣੀ ਨਹੀਂ ਆਉਂਦੀ, ਡੈਕ ਡੋਲੇ ਖਾ ਰਹੀ ਹੈ, ਕਿਤੇ ਇੱਧਰ ਕਿਤੇ ਇੱਧਰ ਕਿਤੇ ਇੱਧਰ, ਸਹੀ ਹਾਲੇ ਤੱਕ ਚੱਲ ਹੀ ਨਹੀਂ ਰਹੀ। ਉਹ ਦਿੱਲੀ ਦੇ ਹੱਥ ਵਿੱਚ ਰਿਮੋਟ ਕੰਟਰੋਲ ਆ, ਉਹ ਇੱਧਰ ਲੈਫਟ ਕਰਦੇ ਲੈਫਟ ਹੋ ਜਾਂਦੀ, ਰਾਈਟ ਕਰਦੇ ਰਾਈਟ ਹੋ ਜਾਂਦੀ ਆ। ਬਸ ਆਹ ਗੱਲ ਆ। ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਹੱਥ ਖੜੇ ਆ। ਫਤਿਹ ਜੀ, ਮੈਂ ਲਾਸਟ ਸਵਾਲ ਲਊਂਗਾ। ਹਾਂਜੀ ਸਰ। ਅੱਗੇ ਤੁਹਾਡਾ ਫਿਰ ਕੀ ਪਲਾਨ ਆ? ਹੁਣ ਅੱਗੇ ਕੀ ਕਰ ਰਹੇ? ਸਰ ਦੇਖੋ, ਸਾਡਾ ਧਰਨਾ ਕੰਟੀਨਿਊ ਅੱਜ ਵੀ ਚੱਲ ਰਿਹਾ ਜੀ। ਜਿੰਨਾ ਚਿਰ ਸਰਕਾਰ ਇਸ ਇੰਡਸਟਰੀ ਨੂੰ ਟੋਟਲੀ ਬੰਦ ਨਹੀਂ ਕਰ ਦਿੰਦੀਗੀ, ਕਾਗਜ਼ਾਂ ਦੇ ਵਿੱਚ ਸੀਲ ਨਹੀਂ ਕਰ ਦਿੰਦੀਗੀ, ਬਲੈਕ ਲਿਸਟ ਨਹੀਂ ਇਹਨੂੰ ਕਰ ਦਿੰਦੀਗੀ, ਇਹਦਾ ਨੋਟੀਫਿਕੇਸ਼ਨ ਕੱਢਿਆ ਜਾਵੇ ਵੀ ਮਾਲਬਰੋਸ ਕੰਪਨੀ ਆ, ਵੀ ਇਹ ਸਰਕਾਰ ਵੱਲੋਂ, ਇਹ ਨਹੀਂ ਹੈਗਾ ਇਕੱਲੇ ਬਿਆਨ ਦੇ ਕੇ ਵੀ ਸਰਕਾਰ ਵੱਲੋਂ ਬੰਦ ਕਰ ਦਿੱਤੀ ਗਈ ਆ। ਦੇਖੋ ਜਿਹੜਾ ਕੋਰਟ ਦਾ ਮਾਮਲੇ ਹੁੰਦੇ ਆ, ਕੋਰਟਾਂ ਦੇ ਵਿੱਚ ਉਹ ਤਾਂ ਕਈ ਸਾਲ ਲਟਕਦੇ ਰਹਿੰਦੇ, ਚੱਲਦੇ ਰਹਿੰਦੇ ਆ। ਉੱਥੇ ਆਪਦੀ ਜਗ੍ਹਾ ਉਹ ਚੱਲੀ ਜਾਣ ਦੇ ਸਾਨੂੰ ਕੋਈ ਨਹੀਂ। ਜਿਵੇਂ ਹੁਣ ਅਪ੍ਰੈਲ ਦੀ 18 ਤਰੀਕ ਦੇਤੀ ਆ ਜੀ ਕੋਰਟ ਨੇ ਅਗਲੀ, ਚਲੋ ਉਹ ਆਪਦੀ ਜਗ੍ਹਾ, ਬਟ ਸਰਕਾਰ ਸਾਡੇ ਨਾਲ ਆ ਕੇ ਖੜ ਜੇ, ਸਰਕਾਰ ਸਾਡੇ ਮੋਢੇ ਦੇ ਨਾਲ ਮੋਢਾ ਲਾ ਕੇ ਖੜ ਜੇ ਵੀ ਮੈਂ ਲੋਕਾਂ ਦੇ ਨਾਲ ਆ, ਮੇਰੇ ਵੱਲੋਂ ਇਹ ਇੰਡਸਟਰੀ ਬੰਦ ਹੋ ਗਈ ਹੈ, ਸੀਲਡ ਕਰ ਦਿੱਤੀ ਗਈ ਆ, ਬਲੈਕਲਿਸਟ ਕਰ ਦਿੱਤੀ ਗਈ ਹੈ, ਤੇ ਅੱਜ ਤੋਂ ਬਾਅਦ ਇਹ ਇੰਡਸਟਰੀ ਨਹੀਂ ਚੱਲੂਗੀ, ਪੰਜਾਬ ਸਰਕਾਰ ਵੱਲੋਂ ਬੰਦ ਆ ਇਹ ਇੰਡਸਟਰੀ। ਜੇ ਇਹੋ ਜਿਹਾ ਕੁਝ ਸਰਕਾਰ ਕਰਦੀ ਆ ਤਾਂ ਫਿਰ ਸਰਕਾਰ ਦੀ ਅਸੀਂ ਗੱਲ ਮੰਨ ਲਾਂਗੇ, ਪਰ ਜੇ ਇਹੋ ਜਿਹਾ ਕੁਝ ਸਰਕਾਰ ਨਹੀਂ ਕਰਦੀਗੀ, ਧਰਨਾ ਨਿਰੰਤਰ ਜਾਰੀ ਆ, ਚੱਲਦਾ ਰਹੂਗਾ ਜਿੰਨਾ ਚਿਰ ਤੱਕ ਅਸੀਂ ਜਿੱਤ ਨਹੀਂ ਜਾਂਦੇ। ਪਰ ਲੋਕਾਂ ਨੂੰ ਕਿਵੇਂ ਇਕੱਠੇ ਕਰੋਗੇ ਹੁਣ? ਨਹੀਂ, ਲੋਕ ਸਰ ਇਹੀ ਗੱਲ ਨਹੀਂ ਹੈਗੀ, ਲੋਕ ਇਕੱਠੇ ਹੋ ਜਾਣਗੇ ਥੋੜਾ ਜਿਹਾ। ਇੱਕ ਤਾਂ ਮਤਲਬ ਆ ਮਈਆਂ ਵਾਲੇ ਟੂਰਨਾਮੈਂਟ ਚੱਲ ਰਿਹਾ ਕਰਕੇ ਜੀ, ਉੱਥੇ ਬਾਬਾ ਜੀ ਦੇ ਸਮਾਗਮ ਕਰਕੇ ਨਹੀਂ ਲੋਕ ਘੱਟ ਆ ਰਹੇ ਆ। ਕੁਛ ਕੁ ਥੋੜਾ ਜਿਹਾ ਮਤਲਬ ਕਿ ਆਹ ਕਣਕ ਦਾ ਸੀਜ਼ਨ ਆ ਰਿਹਾ ਜੀ, ਉਹਦੇ ਕਰਕੇ ਨਹੀਂ ਇਕੱਠੇ ਹੋ ਰਹੇ। ਦੇਖੋ ਇਹ ਤਾਂ ਸਾਨੂੰ ਥੋੜਾ ਜਿਹਾ ਇਕੱਠ ਕਰਨ ਦੀ ਲੋੜ ਆ, ਮਿਹਨਤ ਕਰਨ ਦੀ ਲੋੜ ਆ, ਜਾਣ ਦੀ ਲੋੜ ਆ, ਲੋਕਾਂ ਨੂੰ ਕਾਲਸ ਦੇਣ ਦੀ ਲੋੜ ਆ। ਇਕੱਠ ਤਾਂ ਅਸੀਂ ਕਰ ਲਾਂਗੇ ਕਿਉਂਕਿ ਲੋਕਾਂ ਨੂੰ ਅੱਜ ਵੀ ਪਤਾ ਵੀ ਇਹ ਧਰਨਾ ਚੱਲ ਰਿਹਾ, ਪਰ ਜਦੋਂ ਦਾ ਆਹ ਥੋੜਾ ਜਿਹਾ ਹੋ ਸਕਦਾ ਵੀ ਕੁਝ ਚੈਨਲਾਂ ਨੂੰ ਨਹੀਂ ਪਤਾ ਹੋਣਾ ਵੀ ਇਹ ਧਰਨੇ ਬਾਰੇ, ਧਰਨਾ ਚੱਲਦਾ ਕਿ ਨਹੀਂ ਚੱਲ ਰਿਹਾ, ਬਟ ਧਰਨਾ ਸਰ ਅੱਜ ਵੀ ਕੰਟੀਨਿਊ ਹੀ ਚੱਲ ਰਿਹਾ। ਅਸੀਂ ਇਹਨੂੰ ਚਲਾ ਰਹੇ ਹਾਂ, ਅਸੀਂ ਅਖੀਰਲੇ ਦਮ ਤੱਕ ਚਲਾਵਾਂਗੇ ਜਿੰਨਾ ਚਿਰ ਤੱਕ ਅਸੀਂ ਪੂਰਨ ਤੌਰ ਤੇ ਅਸੀਂ ਜਿੱਤ ਹਾਸਲ ਨਹੀਂ ਕਰ ਲੈਂਦੇ। ਲੋਕ ਇਕੱਠੇ ਕਰਨ ਦੀ ਗੱਲ ਕੀਤੀ ਹੈ, ਮੈਂ ਤਾਂ ਇਹ ਕਹਿੰਦਾ ਜੀ ਲੋਕਾਂ ਨੂੰ ਅਸੀਂ ਇਕੱਲੇ ਘਰੇ ਜਾਵਾਂਗੇ, ਮਿਹਨਤ ਤਰਲਾ ਕਰਾਂਗੇ, ਲੋਕਾਂ ਨੂੰ ਸਮਝਾਵਾਂਗੇ ਵੀ ਅੱਜ ਇਹ ਜੀਰਾ ਸ਼ਰਾਬ ਫੈਕਟਰੀ ਨਾ ਬੰਦ ਕਰਾਈ ਨਾ ਬੰਦ ਹੋਈ ਤੇ ਇੱਥੇ ਬੰਜਰ ਬਣ ਜੂ ਜ਼ਮੀਨ, ਇੱਥੇ ਰਾਜਸਥਾਨ ਬਣ ਜੂ ਦੂਜਾ ਰਾਜਸਥਾਨ। ਆਪਣੇ ਲੋਕ ਮਰਨਗੇ ਨਾ, ਤੇ ਕੈਂਸਰਾਂ ਨਾਲ ਮਰਨਗੇ, ਬਿਮਾਰੀਆਂ ਨਾਲ ਮਰਨਗੇ, ਘਟੀਆ ਤੋਂ ਘਟੀਆ ਬਿਮਾਰੀਆਂ ਲੱਗਣਗੀਆਂ, ਤਾਂ ਲੱਗ ਵੀ ਰਹੀਆਂ ਨੇ।
ਇਹ ਲੋਕਾਂ ਦਾ ਮਿਹਨਤ ਤਰਲਾ ਜਿਹਦੇ ਵੀ ਮੈਂ ਤਾਂ ਕਹਿੰਦਾ ਵੀ ਜੇ ਮੈਨੂੰ ਦੁਸ਼ਮਣ ਦੇ ਘਰੇ ਵੀ ਜਾਣਾ ਪਿਆ ਉਹਦਾ ਵੀ ਹੱਥ ਜੋੜ ਕੇ ਅਸੀਂ ਤਾਂ ਕਵਾਂਗੇ ਜੀ ਬਾਈ ਜੀ ਆਓ ਸ਼ਰਾਬ ਫੈਕਟਰੀ ਬੰਦ ਕਰਾਉਣ ਦੇ ਵਿੱਚ ਸਾਡਾ ਸਾਥ ਦਿਓ ਜੀ। ਇਹ ਕਿਸੇ ਇਕੱਲੇ ਦਾ ਧਰਨਾ ਨਹੀਂ, ਇਹ ਕਿਤੇ 4 ਬੰਦਿਆਂ ਦਾ ਜਾਂ 10 ਬੰਦਿਆਂ ਦਾ ਧਰਨਾ ਨਹੀਂ, ਇਹ ਲੋਕਾਂ ਦਾ ਹੀ ਧਰਨਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਵਨ ਗੁਰੂ ਆ, ਪਾਣੀ ਪਿਤਾ, ਮਾਤਾ ਜਿਹੜੀ ਸਾਡੀ ਧਰਤ ਮਹੱਤ, ਇਹ ਤਿੰਨੇ ਚੀਜ਼ਾਂ ਪਲੀਟ ਹੋ ਰਹੀਆਂ। ਮੈਂ ਇਮੋਸ਼ਨਲ ਹੋ ਰਿਹਾ। ਇਮੋਸ਼ਨਲ ਦੇਖੋ ਜੀ, ਲੜਾਈ ਲੜ ਰਹੇ ਆ ਬਾਈ ਜੀ, ਮੈਨੂੰ ਪਤਾ ਨਹੀਂ ਸੀ ਆਪਾਂ ਇਹ ਟੌਪਿਕ ਤੇ ਗੱਲ ਕਰਨੀ ਆ। ਮੈਂ ਉਹ ਚੀਜ਼ ਨੂੰ ਲੋਕੀ ਇਹ ਵੀ ਨਾ ਸਮਝਣ ਵੀ ਖਣੀ ਇਹ ਸਿੰਪਥੀ ਲੈ ਰਿਹਾ, ਮੈਂ ਕੋਈ ਸਿੰਪਥੀ ਨਹੀਂ ਲੈ ਰਿਹਾ, ਪਰ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਵਿਸ਼ਵਾਸ ਦਿਵਾਉਣਾ, ਜੇ ਫੈਕਟਰੀ ਬੰਦ ਜਿੰਨਾ ਤੱਕ ਨਹੀਂ ਹੁੰਦੀ ਸਾਨੂੰ ਮਰਨਾ ਵੀ ਪਵੇ ਨਾ, ਅਸੀਂ ਮਰਾਂਗੇ ਵੀ। ਇਹ ਜੇਲ੍ਹਾਂ ਤੋਂ ਨਹੀਂ ਡਰਦੇ, ਅਸੀਂ ਥਾਣਿਆਂ ਤੋਂ ਨਹੀਂ ਡਰਦੇ। ਇਹ ਜੇਲ੍ਹਾਂ ਜਿਹੜੇ ਥਾਣੇ ਜਿਹੜੇ ਪਰਚੇ ਸਾਡੇ ਮੈਡਲ ਹੋਣਗੇ। ਮੈਂ ਅੱਜ ਤੱਕ ਸਿਪਾਹੀ ਨੂੰ ਨਹੀਂ ਜਾਣਦਾ ਸੀਗਾ ਤੇ ਨਾ ਮੈਂ ਕਿਸੇ ਨੂੰ ਜਾਣਨਾ। ਮੈਂ ਕੋਈ ਇੱਥੇ ਕੋਈ ਆਪਦੇ ਕੰਮ ਨਹੀਂ ਕਰਾਉਣੇਗੇ ਤੇ ਮੈਂ ਤੁਹਾਨੂੰ ਇਹ ਤੁਹਾਡੇ ਕੈਮਰੇ ਦੇ ਮਾਧਿਅਮ ਰਾਹੀਂ ਇਹ ਵਿਸ਼ਵਾਸ ਦਿਵਾਉਣਾ ਪੂਰੇ ਹੀ ਪੰਜਾਬ ਵਾਸੀਆਂ ਨੂੰ, ਅਸੀਂ ਮਰ ਜਾਾਂਗੇ, ਪਿੱਛੇ ਨਹੀਂ ਹਟਦੇ ਜਿੰਨਾ ਤੱਕ ਇਹ ਫੈਕਟਰੀ ਬੰਦ ਨਹੀਂ ਹੁੰਦੀ। ਡਟੇ ਸੀ, ਡਟੇ ਹਾਂ, ਡਟੇ ਰਹਾਂਗੇ। ਤੇ ਪੰਜਾਬ ਨੂੰ, ਪੂਰੇ ਸਮੁੱਚੇ ਪੰਜਾਬ ਨੂੰ ਅਪੀਲ ਕਰਦਾ, ਜੀਰਾ ਸ਼ਰਾਬ ਫੈਕਟਰੀ ਮੂਹਰੇ ਅੱਗੇ ਧਰਨਾ ਚੱਲ ਰਿਹਾ ਜੀ। ਸਾਡਾ ਸਾਥ ਦਿਓ ਵੀਰੋ, ਸਾਡਾ ਸਾਥ ਦਿਓ। ਆਪਣੇ ਪੰਜਾਬ ਨੂੰ, ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਹਵਾ ਨੂੰ ਬਚਾ ਲਓ ਵੀਰੋ, ਸਾਡਾ ਸਾਥ ਦਿਓ। ਧਰਨਾ ਹਲੇ ਚੱਲ ਰਿਹਾ ਜੀ, ਲਗਾਤਾਰ ਚੱਲ ਰਿਹਾ, ਹਲੇ ਫੈਕਟਰੀ ਬੰਦ ਨਹੀਂ ਹੋਈ ਜੀ। ਧੰਨਵਾਦ ਜੀ। ਰੋਮਨ ਜੀ, ਫਤਿਹ ਜੀ, ਤੁਸੀਂ ਸਮਾਂ ਦਿੱਤਾ ਜੀ ਤੁਹਾਡਾ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ।